ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਤਰੀਕਿਆਂ ਦੇ ਮਹਾਰਾਜ ਨੇ ਰਸ ਪੈਦਾ ਕੀਤੇ ਆ। ਉਹਨਾਂ ਰਸਾਂ ਨੂੰ ਚੁਗਣ ਵਾਲੇ ਅਲੱਗ-ਅਲੱਗ ਤਰੀਕਿਆਂ ਦੇ ਮਨ ਵੀ ਪੈਦਾ ਹੋਏ ਨੇ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਭੇਤ ਨਹੀਂ। ਉਹ ਤ੍ਰੈ ਗੁਣ ਵਿਖਿਆ ਦੇ ਦੁੱਖ ਦੇ, ਜਾਂ ਆਪਾਂ ਕਹਿ ਦਈਏ ਜਿਹੜੇ ਜ਼ਹਿਰ ਦੇ ਅਗਨ ਦੇ ਰਸ ਨੇ, ਉਹਨਾਂ ਨੂੰ ਪਸੰਦ ਕਰਦੇ ਆ। ਪਰ ਵਿੱਚ ਕੁਛ ਵਿਰਲੇ ਵਪਾਰੀ ਮਹਾਰਾਜ ਸੱਚੇ ਪਾਤਸ਼ਾਹ ਪੈਦਾ ਕਰਦੇ ਨੇ, ਹੰਸਰੂਆਂ ਗੁਰਮੁਖ ਪੈਦਾ ਕਰਦੇ ਨੇ, ਜੋ ਕਿ ਨਾਮ ਦੇ ਰਸੀਏ ਹੁੰਦੇ ਨੇ। ਉਹਨਾਂ ਦੀ ਚੋਗ ਨਾਮ ਪਰਮਾਤਮਾ ਦਾ ਸੱਚ ਦਾ ਦਦਾਰਾ, ਅਰੇ ਉਹ ਸੱਚ ਅਤੇ ਨਾਮ ਦੇ ਵਿੱਚੋਂ ਪੈਦਾ ਹੋਣ ਵਾਲਾ ਅੰਮ੍ਰਿਤ, ਜੋ ਕਿ ਉਹਨਾਂ ਦੇ ਮਨ ਦੀ, ਉਹਨਾਂ ਦੀ ਚੁੰਝ ਦੀ ਖੁਰਾਕ ਬਣਦਾ ਹੈ। ਪਰ ਜਿਨ੍ਹਾਂ ਨੂੰ ਭੇਤ ਨਹੀਂ ਹੈਗਾ, ਉਹ ਕੱਚੇ ਰਸ ਚੁਗਦੇ ਰਹਿੰਦੇ ਆ, ਅਤੇ ਉਹੀ ਫਿਰ ਉਹਨਾਂ ਦੇ ਦੁੱਖਾਂ ਦਾ ਕਾਰਨ ਬਣਦੇ ਆ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਸ ਨੂੰ ਤੂੰ ਅਸਥਰ ਕਰ ਮਾਨੈ ਤੇ ਪਾਹਨ ਦੋ ਦਾਹਾ, ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ। ਰੇ ਮਨ ਕਿਆ ਕਰੈ ਹੈ ਹਾਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਹੁਣ ਯਤਨ ਹੁੰਦੇ ਆਏ ਆ ਜੁਗਾਂ ਜੁਗੰਤਰਾਂ ਦੇ ਵਿੱਚ ਸੱਚੇ ਪਾਤਸ਼ਾਹ ਦੇ ਨਾਮ ਨੂੰ ਤੇ ਸੱਚ ਨੂੰ ਪੈਦਾ ਕਰਨ ਦੇ ਲਈ, ਉਹਨਾਂ ਦੀ ਖੋਜ ਕਰਨ ਦੇ ਲਈ। ਪਰ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਹੀਂ ਜਾਂ ਗੁਰੂ ਨਾਨਕ ਦੇ ਘਰ ਦੇ ਸੱਚੇ ਪਾਤਸ਼ਾਹ ਨੇ ਖਜ਼ਾਨਾ ਦਾ ਭੇਤ ਦਿੱਤਾ ਹੈ, ਪਹਿਲੜੇ ਯੁੱਗਾਂ ਦੇ ਵਿੱਚ ਇਸ ਖਜ਼ਾਨੇ ਦਾ ਭੇਤ ਇੰਨਾ ਨਹੀਂ ਸੀਗਾ। ਜੇ ਸੀਗਾ ਤੇ ਉਦੋਂ ਇੰਨੀ ਕਲਾ ਨਹੀਂ ਸੀ ਜਿਵੇਂ ਅੱਜ ਕੱਲ੍ਹ ਤਾਂ ਮੀਡੀਆ ਦਾ, ਸੋਸ਼ਲ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ ਹੈ, ਜਾਂ ਸਾਡੇ ਘਰ ਦੇ ਵਿੱਚ ਵਹੀਕਲ ਦੀ, ਪੈਸੇ ਦੀ, ਇੱਕ ਦੂਜੇ ਕੋਲ ਆਉਣ ਜਾਣ ਦੀ ਫੈਸਿਲਿਟੀ ਹੈਗੀ ਆ, ਅਤੇ ਅਸੀਂ ਨਾਮ ਅਤੇ ਸੱਚ ਦਾ ਲਾਹਾ ਜਿਹੜਾ ਹੈ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਅਤੇ ਬਹੁਤ ਥੋੜ੍ਹੇ ਯਤਨਾਂ ਦੇ ਨਾਲ ਲੈ ਸਕਦੇ ਹਾਂ। ਪਹਿਲੜੇ ਸਮੇਂ, ਪੁਰਾਤਨ ਸਮਿਆਂ ਦੇ ਵਿੱਚ ਨਾ ਤਾਂ ਕੋਈ ਇੰਨਾ ਮੀਡੀਆ ਦਾ ਜ਼ਮਾਨਾ ਸੀਗਾ, ਨਾ ਕੋਈ ਵਹੀਕਲ ਦੀ ਫੈਸਿਲਿਟੀ ਸੀਗੀ। ਲੋਕ ਪੂਰੀ ਤਰੀਕੇ ਨਾਲ ਨਿਰੋਲ ਕੁਦਰਤ ਦੇ ਉੱਪਰ ਆਧਾਰਿਤ ਸੀਗੇ। ਸੋ ਯਤਨ ਉਦੋਂ ਹੁੰਦੇ ਰਹੇ ਨਾਮ ਅਤੇ ਸੱਚ ਨੂੰ ਪੈਦਾ ਕਰਨ ਦੇ ਲਈ। ਪਰ ਕੀ ਸੀਗਾ ਵੀ ਇਹ ਕਿਸੇ ਨੂੰ ਭੇਤ ਨਹੀਂ ਸੀ ਵੀ ਜੋ ਪ੍ਰਕਾਸ਼ ਹੈ, ਜੋ ਅਕਾਲ ਪੁਰਖ ਨੇ, ਉਹ ਸੱਚੇ ਪਾਤਸ਼ਾਹ ਪ੍ਰਕਾਸ਼ ਰੂਪ ਨੇ, ਅਤੇ ਉਹਨਾਂ ਦੀ ਭਗਤੀ ਜਿਹੜੀ ਹੈ ਉਹ ਸੂਖਮ ਆਧਾਰ 'ਤੇ ਹੁੰਦੀ ਆ, ਸੂਖਮ ਰੂਪ ਦੇ ਵਿੱਚ ਹੁੰਦੀ ਆ। ਅਤੇ ਉਹਨਾਂ ਦੇ ਵਿਚਲੇ ਜਿਹੜਾ ਅਨਹਦ ਬਾਣੀ ਦੇ ਰਾਗ ਨਾਲ
ਜਿਨ੍ਹਾਂ ਨੂੰ ਇਹ ਭੇਤ ਹੁੰਦਾ ਸੀ, ਪੂਰਨ ਭੇਤ ਨਾ ਹੋਣ ਕਰਕੇ ਜਿਨ੍ਹਾਂ ਨੂੰ ਕੋਈ ਥੋੜ੍ਹਾ ਬਹੁਤਾ ਭੇਤ ਹੁੰਦਾ ਸੀ, ਉਹ ਜੀਵ ਸੰਸਾਰ ਤੋਂ ਅਲੱਗ ਹੋ ਕੇ ਕਿਸੇ ਇਕਾਂਤ ਵਿੱਚ ਜਾ ਕੇ ਵਾਸ ਕਰ ਲੈਂਦੇ। ਕੋਈ ਜੰਗਲਾਂ ਵਿੱਚ ਚਲਾ ਜਾਂਦਾ, ਕੋਈ ਪਹਾੜਾਂ 'ਤੇ ਚਲਾ ਜਾਂਦਾ। ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਭੇਤ ਸੀਗਾ ਸੁਣ ਦਾ, ਸ਼ਬਦ ਦਾ, ਜਿਨ੍ਹਾਂ ਨੂੰ ਆਪਾਂ ਜੋਗੀ ਕਹਿ ਦਿੰਦੇ ਹਾਂ, ਸਿੱਧ ਕਹਿ ਦਿੰਦੇ ਹਾਂ, ਗੰਧਰਵ ਕਹਿ ਦਿੰਦੇ ਹਾਂ, ਕੋਈ ਮਾੜਾ ਮੋਟਾ ਜਿਨ੍ਹਾਂ ਨੂੰ ਭੇਤ ਆਉਂਦਾ ਸੂਖਮ ਦਾ, ਅਤੇ ਉਹ ਪੂਰਨ ਭੇਤ ਨਾ ਹੋਣ ਕਰਕੇ ਸੰਸਾਰ ਤੋਂ ਪਾਸੇ ਹੋ ਜਾਂਦਾ। ਅਤੇ ਜਿਸ ਨੂੰ ਭੇਤ ਨਹੀਂ ਸੀ, ਸੰਸਾਰ ਜਿਹੜਾ ਸੀ, ਕਿਉਂਕਿ ਕਾਲ ਜਿਹੜਾ ਹੈ ਇਹ ਮਾਇਆ ਦੇ 3 ਗੁਣ ਨੇ। ਇਹ 3 ਗੁਣਾਂ ਦੇ ਵਿੱਚੋਂ ਹੀ ਸੰਸਾਰੀ ਜੀਵਾਂ ਨੂੰ ਬਾਹਰ ਨਹੀਂ ਨਿਕਲਣ ਦਿੰਦਾ। ਜੇ ਆਪਾਂ ਸੰਸਾਰ ਦੇ ਵਿੱਚ ਨਿਰੋਲ ਰੂਪ ਦੇ ਵਿੱਚ ਚੱਲਾਂਗੇ, ਇੱਥੇ ਪਰਮਾਤਮਾ ਦੀ ਖੋਜ ਨਹੀਂ ਹੋ ਸਕਦੀ। ਜੇਕਰ ਸਿੱਧੀ ਹੀ ਪਰਮਾਤਮਾ ਦੀ ਖੋਜ ਹੋ ਜਾਂਦੀ, ਚੌਥੇ ਪਦ ਦੀ ਸਿੱਧੀ ਜਾਂਚ ਸਾਨੂੰ ਆ ਜਾਂਦੀ, ਫਿਰ ਸਾਨੂੰ ਸੰਗਤ ਦੀ, ਸਾਧੂਆਂ ਦੀ, ਵੇਦਾਂ ਸ਼ਾਸਤਰਾਂ ਦੀ, ਗੁਰਬਾਣੀ ਦੀ, ਸਤਿਗੁਰ ਦੀ ਲੋੜ ਹੀ ਨਹੀਂ ਸੀ। ਫਿਰ ਤਾਂ ਜਿਵੇਂ ਅਸੀਂ ਸੰਸਾਰ ਦੇ ਵਿੱਚ ਕੋਈ ਦੂਜੀਆਂ ਚੀਜ਼ਾਂ ਲੱਭ ਲੈਂਦੇ ਹਾਂ, ਦੂਜੀਆਂ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਾਂ, ਅਤੇ ਅਸੀਂ ਨਾਮ ਵੀ ਲੱਭ ਲੈਂਦੇ। ਪਰ ਨਾਮ ਦਾ ਭੇਤ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਨਹੀਂ ਹੈਗਾ। ਸੰਸਾਰ 3 ਗੁਣਾਂ ਦੀ ਉਪਜ ਹੈ। 3 ਗੁਣਾਂ ਦੇ ਵਿੱਚ ਪਦਾਰਥਾਂ ਦੀ ਪੂਰਤੀ ਹੋ ਸਕਦੀ ਹੈ, ਨਾਮ ਤੇ ਸੱਚ ਦੀ ਪੂਰਤੀ ਨਹੀਂ ਹੋ ਸਕਦੀ। ਇਸ ਕਰਕੇ ਜੋ ਪੁਰਾਤਨ ਜੀਵ ਸੀਗੇ, ਜੇਕਰ ਉਹ ਸੱਚ ਤੇ ਨਾਮ ਦੀ ਪ੍ਰਾਪਤੀ ਕਰਨੀ ਵੀ ਚਾਹੁੰਦੇ, ਤੇ ਉਹ ਵੱਧੋ ਵੱਧ ਪਰਮਾਤਮਾ ਦੀ ਭਗਤੀ ਜਿਹੜੀ ਸੀ ਉਹ ਇਹ ਸਮਝ ਲੈਂਦੇ ਬਈ ਦੂਜੇ ਸੰਸਾਰ ਦੇ ਵਿੱਚ ਦੂਜੇ ਜੀਵਾਂ ਦੀ ਜਿਹੜੀ ਆ ਮਦਦ ਕਰਨੀ, ਹੈਲਪ ਕਰਨੀ, ਵੀ ਚੰਗੇ ਪੁੰਨ ਕਰਨੇ, ਲੰਗਰ ਪਾਣੀ ਖਵਾ ਪਿਆ ਦੇਣਾ, ਜਾਂ ਤੀਰਥਾਂ ਦੇ ਉੱਪਰ ਚਲੇ ਜਾਣਾ, ਜਾਂ ਕਿਤੇ ਦਾਨ ਪੁੰਨ ਕਰ ਦੇਣਾ, ਕਿਸੇ ਨੂੰ ਖੂਹ ਦਾਨ ਕਰ ਦੇਣਾ, ਕਿਸੇ ਨੂੰ ਸੋਨਾ ਦਾਨ ਕਰ ਦੇਣਾ, ਜਾਂ ਦਸਵੰਧ ਕੱਢ ਦੇਣਾ। ਅਤੇ ਜਾਂ ਵੱਧੋ ਵੱਧ ਜਿਹੜੇ ਕਾਲ ਦੇ ਅਨਾੜੀ ਅਸੰਤ ਹੁੰਦੇ ਸੀ, ਉਹਨਾਂ ਨੂੰ ਆਪ ਦੀ ਪੂਜਾ, ਆਕਾਰ ਦੀ ਪੂਜਾ, ਮੂਰਤੀ ਪੂਜਾ, ਅਤੇ ਜਾਂ ਕੋਈ ਉਹਨਾਂ ਦੇ ਹੱਥਾਂ 'ਚ ਮਾਲਾ ਫੜਾ ਦਿੰਦੇ। ਅਤੇ ਉਹ ਵਿਚਾਰੇ ਜਿਹੜੇ ਗੁਰਮੁਖ ਹੁੰਦੇ ਸੀਗੇ, ਜਿਹੜੇ ਚਾਹੁੰਦੇ ਸੀ ਵੀ ਸਾਨੂੰ ਸੱਚਨਾਮ ਦੀ ਭੇਤ ਆਵੇ, ਉਹ ਦਿਨ ਰਾਤ ਸਰੀਰ ਨੂੰ ਵੱਧੋ ਵੱਧ ਜਗਾ ਕੇ ਉਹ ਇਹ ਸੋਚਦੇ ਵੀ ਸਾਨੂੰ ਨੀਂਦ ਨਾ ਆਵੇ, ਸਰੀਰ ਕਰਕੇ ਨੀਂਦ ਨਾ ਆਵੇ, ਅਤੇ ਵੱਧੋ ਵੱਧ ਸਰੀਰ ਨੂੰ ਔਖਿਆਈਆਂ ਦੇ ਕੇ ਕੋਈ ਅਗਨ ਦੇ ਵਿੱਚ ਬੈਠ ਜਾਂਦਾ, ਕੋਈ ਪਾਣੀ ਦੇ ਵਿੱਚ ਖਲੋ ਜਾਂਦਾ, ਬੜੇ ਮਤਲਬ ਕੁਝ ਯਤਨ ਕਰਦੇ, ਅਤੇ ਵੀ ਵੱਧੋ ਵੱਧ ਵੀ ਅਸੀਂ ਨਾਮ ਕੋ ਜਪ ਲਈਏ। ਇੱਧਰ ਦੀ ਭਾਸ਼ਾ ਦੇ ਵਿੱਚ ਜਾਪ ਕੀਤੀ ਜਾਂਦੇ, ਇੱਧਰ ਦੇ ਤਰੀਕਿਆਂ ਦੇ ਨਾਲ ਕੋਈ ਭੁੱਖਾ ਰਹਿਣਾ ਸ਼ੁਰੂ ਕਰ ਦਿੰਦਾ, ਕੋਈ ਫਲ ਖਾਣੇ ਸ਼ੁਰੂ ਕਰ ਦਿੰਦਾ, ਕੋਈ ਪਾਣੀ ਦੇ ਉੱਪਰ ਰਹਿ ਕੇ ਜੀਵਤ ਰਹਿਣਾ ਸ਼ੁਰੂ ਕਰ ਦਿੰਦਾ, ਕੋਈ ਦੁੱਧ ਦੇ ਉੱਪਰ ਆਧਾਰਿਤ ਹੋ ਜਾਂਦਾ, ਅੰਨ ਪਾਣੀ ਛੱਡ ਦਿੰਦਾ, ਵਸਤਰ ਛੱਡ ਦਿੰਦਾ, ਬੜੇ ਯਤਨ ਕਰਦੇ। ਮਤਲਬ ਕੋਈ ਦਿਨ ਰਾਤ ਜਾਪ ਕਰਕੇ ਚਾਹੁੰਦਾ ਵੀ ਮੈਂ ਮਿਲਣਾ, ਤਪ ਕਰਦਾ, ਦੇਹੀ ਨੂੰ ਸਾਧਦਾ। ਵੀ ਵੱਧੋ ਵੱਧ ਜੇਕਰ ਕਹਿੰਦੇ ਹੁੰਦੇ ਨੇ ਵੀ ਇੱਕ ਦੁਨਿਆਵੀ ਕਹਾਵਤ ਹੈ, ਮੁੱਲੇ ਦੀ ਦੌੜ ਮਸੀਤ ਤੱਕ ਹੁੰਦੀ ਹੈ, ਕਿਉਂਕਿ ਜਿੰਨਾ ਕੁ ਉਹਨੂੰ ਪਤਾ ਹੈ ਉੱਥੋਂ ਤੱਕ ਹੀ ਉਹਦਾ ਵਾਹ ਚੱਲਦਾ। ਵੱਧੋ ਵੱਧ ਜੇ ਕੋਈ ਜੀਵ ਮਤਲਬ ਭਗਤੀ ਕਰਨੀ ਵੀ ਚਾਹੁੰਦਾ, ਅਤੇ ਉਹ ਸਤੋ ਗੁਣ ਦੇ ਜਿਹੜੇ ਜਿੰਨਾ ਵੀ ਅਦਾਰਾ ਹੈ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦਾ। ਕਿਉਂਕਿ 3 ਗੁਣਾਂ ਦੇ ਵਿੱਚੋਂ ਜਿਹੜੇ ਮਾਇਆ ਦੇ 3 ਗੁਣ ਅੱਜ ਤੱਕ ਭਗਤਾਂ ਨੇ, ਗੁਰੂ ਪਿਆਰਿਆਂ ਨੇ, ਗੁਰਮੁਖਾਂ ਨੇ ਇਹਦੇ 3 ਗੁਣਾਂ ਦੀ ਘੋਖ ਕੀਤੀ ਹੈ। ਇਹਦੇ 3 ਗੁਣ ਮੇਨ ਕੱਢੇ ਆ, ਜਿਵੇਂ ਰਜੋ ਗੁਣ ਹੈ, ਤਮੋ ਗੁਣ ਹੈ ਅਤੇ ਸਤੋ ਗੁਣ ਹੈ। ਇਹਨਾਂ ਵਿੱਚ ਸਤੋ ਗੁਣ ਨੂੰ ਸਭ ਤੋਂ ਉੱਤਮ ਦੱਸਿਆ ਜਾਂਦਾ। ਰਜੋ ਗੁਣ ਹੁੰਦਾ ਹੈ ਵੀ ਜਿਹਦੇ ਵਿੱਚ ਆਪਣੇ ਘਰ ਵਪਾਰ ਗ੍ਰਸਤ ਆਉਂਦੀ ਹੈ, ਜਿਵੇਂ ਆਪਾਂ ਆਸ ਅਭਿਲਾਸ਼ ਕਰਦੇ ਹਾਂ, ਆਸ਼ਾ ਅਭਿਲਾਸ਼ਾ, ਤ੍ਰਿਸ਼ਨਾਵਾਂ, ਸੰਸੇ ਫੁਰਨੇ, ਫਿਕਰਾਂ, ਘਰ ਪਰਿਵਾਰ, ਬੱਚੇ, ਡਰ ਭਉ, ਇਹ ਦੁਨਿਆਵੀ ਜਿਹੜੇ ਸਿਰਫ ਇੰਨਾ ਹੀ ਕਰੀ ਜਾਂਦੇ ਆ। ਅਤੇ ਤਮੋਗੁਣ 'ਚ ਆਉਂਦਾ ਹੈ ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਨਿੰਦਿਆ, ਦਵੈਤ, ਚੁਗਲੀ, ਇੱਕ ਦੂਜੇ ਦੀ ਪਰਥਿਆਏ, ਮਾਰ ਕੁੱਟ, ਵੱਢ ਕੱਟ, ਰਾਜਨੀਤੀ, ਧਰਮ, ਪਰਪੇਖ, ਜੋ ਆਪ ਦੇ ਮੁਤਾਬਕ ਕਿਸੇ ਨੂੰ ਦੁੱਖ ਪਹੁੰਚਾਉਣਾ। ਅਤੇ ਸਤੋਗੁਣ ਇਹਨਾਂ ਤੋਂ ਉੱਤਮ ਹੈ। ਸਤੋਗੁਣ ਦੇ ਵਿੱਚ ਇਹ ਨਹੀਂ ਆਉਂਦੀਆਂ।
ਸਤੋਗੁਣ ਦੇ ਵਿੱਚ ਆ ਜਾਂਦੀ ਹੈ ਦਇਆ, ਧਰਮ, ਨਿਮਰਤਾ, ਸਹਿਣਸ਼ੀਲਤਾ। ਕਈ ਵਾਰੀ ਜੀਵ ਆਪਾਂ ਦੇਖਦੇ ਹਾਂ ਵੀ ਜਨਮਜਾਤ ਤੋਂ ਹੀ ਸਤੋਗੁਣ ਹੁੰਦੇ ਆ, ਉਹਨਾਂ ਵਿੱਚ ਸ਼ੁਰੂ ਤੋਂ ਹੀ ਦਇਆ, ਨਮਰਤਾ, ਧਰਮ, ਸਹਿਣਸ਼ੀਲਤਾ, ਜਪ ਤਪ ਵੀ ਕਰਦੇ ਨੇ। ਜਿੰਨਾ ਕੁ ਭੇਜ ਤੇ ਗੁਰਦੁਆਰੇ ਚਲੇ ਗਏ, ਮੱਥਾ ਟੇਕ ਲਿਆ, ਮੰਦਰ ਮਸਜਿਦ ਚਲੇ ਗਏ, ਸੰਤਾਂ ਮਹਾਂਪੁਰਸ਼ਾਂ ਦਾ ਸੰਗ ਕਰ ਲਿਆ, ਦਾਨ ਪੁੰਨ ਕਰ ਦਿੱਤਾ, ਪਰ ਖੋਜ ਨਹੀਂ ਕਰਦੇ। ਸਿਰਫ ਬਾਹਰ ਮੁਖੀ ਹੋ ਕੇ ਆਕਾਰ ਦੀ ਹੀ ਸੇਵਾ ਕੀਤੀ ਜਾਣਗੇ। ਜਿਵੇਂ ਬਿਲਡਿੰਗ ਦੀ ਸੇਵਾ ਕਰ ਲਈ, ਕਿਸੇ ਬਿਲਡਿੰਗ 'ਚ ਪੋਚਾ ਲਾ ਦਿੱਤਾ ਜਾ ਕੇ, ਕਿਤੇ ਜੋੜਿਆਂ ਦੀ ਸੇਵਾ ਕਰ ਲਈ, ਕਿਤੇ ਲੰਗਰ ਦੀ ਸੇਵਾ ਕਰ ਲਈ, ਕੋਈ ਤਨ ਕਰਕੇ ਭੇਖ ਸੋਹਣਾ ਬਣਾ ਲਿਆ, ਕਿਸੇ ਨੇ ਵਾਲ ਰੱਖ ਲਏ, ਕਿਸੇ ਨੇ ਵਾਲ ਕਟਾ ਲਏ, ਕਿਸੇ ਨੇ ਬੋਦੀ ਰੱਖ ਲਈ, ਕਿਸੇ ਨੇ ਮੁੱਛਾਂ ਬਣਾ ਦਿੱਤੀਆਂ, ਕਿਸੇ ਨੇ ਮੁੱਛਾਂ ਰੱਖ ਲਈਆਂ, ਇਸ ਤਰੀਕੇ। ਹੁਣ ਜਦੋਂ ਸਤੋਗੁਣ ਤੱਕ ਦੀ ਭਗਤੀ ਹੁੰਦੀ ਰਹੀ, ਸਤੋਗੁਣ ਦੇ ਵਿੱਚ ਜਾ ਕੇ ਜਿਹੜੇ ਨੇ ਜੀਵਾਂ ਦੇ ਵਿੱਚ ਨਮਰਤਾ ਤਾਂ ਆ ਗਈ, ਮੁੱਖੋਂ ਜਿਹੜੇ ਨੇ ਸ਼ਾਂਤ ਤਾਂ ਹੋ ਗਏ, ਦੇਹੀ ਨੂੰ ਵੀ ਸਾਧਨਾ ਕਰ ਲਿਆ, ਪਰ ਗਾਂਹ ਮਨ ਦਾ ਤਾਂ ਫਿਰ ਭੇਤ ਨਹੀਂ ਆਇਆ। ਬਾਹਰੀ ਤੌਰ 'ਤੇ ਤਾਂ ਅਸੀਂ ਸਾਰਾ ਕੁਛ ਕਰਨ ਲੱਗ ਗਏ, ਸੇਵਾ ਵੀ ਕਰਨ ਲੱਗ ਗਏ, ਭਾਵਨਾ ਵੀ ਕਰਨ ਲੱਗ ਗਏ, ਜਪ ਤਪ ਵੀ ਕਰਨ ਲੱਗ ਗਏ, ਪਰ ਇਹ ਨਹੀਂ ਭੇਤ ਆਇਆ ਵੀ ਜਿਹੜਾ ਸਾਡਾ ਅਸਲੀ ਸਰੂਪ ਹੈ ਉਹ ਇਸ ਸਰੀਰ ਤੋਂ ਅਲੱਗ ਹੈ। ਵੀ ਮਨ ਜਿਹੜਾ ਹੈ ਉਹਦਾ ਭੇਤ ਨਹੀਂ ਆਇਆ। ਵੀ ਜਿਹਨੇ ਭਗਤੀ ਕਰਨੀ ਆ ਉਹ ਮਨ ਹੈ, ਅਤੇ ਮਨ ਨੇ ਭਗਤੀ ਕਰਨੀ ਕਿਵੇਂ ਆ? ਅਤੇ ਮਨ ਇਸ ਦੇਹੀ ਦੇ ਵਿੱਚ ਸਵਾਸਾਂ ਦਾ ਖਜ਼ਾਨਾ ਲੈ ਕੇ ਆਇਆ ਹੋਇਆ, ਅਤੇ ਉਹਨੇ ਬਾਹਰ ਚਲੇ ਜਾਣਾ, ਵਾਪਸ ਚਲੇ, ਅਤੇ ਜਾਣਾ ਉਹਨੇ ਕਿਵੇਂ ਸਰੀਰ 'ਚੋਂ ਬਾਹਰ ਨਿਕਲ ਜਾਣਾ, ਕਿੱਥੇ ਚਲੇ ਜਾਣਾ, ਕਿੰਨੇ ਭਗਤੀ ਕਰਨੀ ਹੈ, ਕਿੱਥੋਂ ਆਇਆ, ਕਿੱਧਰ ਨੂੰ ਜਾਣਾ, ਕੀ ਕਰਨ ਆਇਆ, ਇਹ ਕੋਈ ਭੇਤ ਨਹੀਂ ਸੀ। ਵੀ ਜੇ ਭਗਤੀ ਉਹਨਾਂ ਨੇ ਕੀਤੀ ਵੀ ਤਾਂ ਤਨ ਕਰਕੇ ਕੀਤੀ। ਹੁਣ ਤਨ ਕਰਕੇ ਜਦੋਂ ਭਗਤੀ ਕੀਤੀ, ਅਤੇ ਜਿਹੜਾ ਰਜਗੁਣ, ਤਮਗੁਣ, ਸਤਗੁਣ ਹੈ, ਇਹ ਵਿਸ਼ੇਸ਼ ਤੌਰ 'ਤੇ ਸਮਝਿਆ ਜੀ। ਰਜਗੁਣ, ਤਮਗੁਣ, ਸਤਗੁਣ ਹੈ, ਇਹ ਤਿੰਨੇ ਹੀ ਮਾਇਆ ਦੇ ਗੁਣ ਨੇ, ਅਤੇ ਮਾਇਆ ਜਿਹੜੀ ਹੈ ਇਹਦੇ ਵਿੱਚ ਹਉਮੈ ਹੁੰਦੀ ਆ। ਜਾਂ ਆਪਾਂ ਦੂਜੇ ਪਾਸੋਂ ਕਹਿ ਦਈਏ ਵੀ ਹਉਮੈ ਦੀ ਉਪਜ ਮਾਇਆ ਹੈ। ਹਉਮੈ ਅਤੇ ਨਾਮ ਇਹ ਦੋ ਬੀਜ ਨੇ। ਜਦੋਂ ਤੁਸੀਂ ਹਉਮੈ ਦਾ ਬੀਜ ਆਪਦੀ ਦੇਹੀ ਦੇ ਵਿੱਚ, ਆਪਦੇ ਮਨ ਦੇ ਉੱਪਰ ਬੀਜੋਗੇ, ਹਉਮੈ ਦੇ ਵਿੱਚੋਂ ਆਪਣੇ ਆਪ ਮਾਇਆ ਦੇ ਰਜੋਗੁਣ, ਤਮੋਗੁਣ, ਸਤੋਗੁਣ ਪੈਦਾ ਹੋ ਜਾਂਦਾ ਹੈ। ਦੂਜੇ ਪਾਸੋਂ ਮੇਰੇ ਕਹਿਣ ਦਾ ਮਤਲਬ ਹੈ, ਜੇਕਰ ਕੋਈ ਜੀਵ ਸਤੋਗੁਣੀ ਵੀ ਹੈਗਾ, ਪਰ ਉਹਨੂੰ ਸੱਚ ਦਾ ਭੇਤ ਨਹੀਂ, ਨਾਮ ਦਾ, ਸੂਖਮ ਦਾ, ਚੌਥੇ ਪਦ ਦਾ ਭੇਤ ਨਹੀਂ, ਅਤੇ ਉਹ ਹਉਮੈ ਵਾਸੀ ਹੁੰਦਾ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਵੀ ਹਉਮੈ ਵਿੱਚ ਆ ਕੇ ਜੇਕਰ ਤੁਸੀਂ ਜਪ ਤਪ ਵੀ ਕਰ ਲੈਂਦੇ ਹੋ, ਵੀ ਉਤਰਾ ਤੁਹਾਡਾ ਹੰਕਾਰ ਖਤਮ ਨਹੀਂ ਹੋਇਆ, ਨਿੰਦਿਆ ਚੁਗਲੀ ਤੁਸੀਂ ਛੱਡੀ ਨਹੀਂ, ਹਉਮੈ ਵਿੱਚ ਆ ਕੇ ਜਪ ਤਪ, ਦੇਹੀ ਸਾਧਨਾ, ਦਾਨ ਪੁੰਨ, ਤੀਰਥਾਂ 'ਤੇ ਗਮਨ ਕਰਨਾ, ਅਤੇ ਕਹਿੰਦੇ ਤਾਂ ਵੀ ਤੁਸੀਂ ਜਨਮ ਮਰਨ ਦੇ ਵਿੱਚ ਹੋ। ਜਿਹੜੇ ਹਉਮੈ ਵਿੱਚ ਸਤੋਗੁਣੀ ਹੈਗੇ ਆ ਜੀਵ, ਹਉਮੈ ਨਹੀਂ ਛੱਡੇ, ਉਹਨਾਂ ਵਾਸਤੇ ਹੀ ਗੁਰਬਾਣੀ 'ਚ ਕਿਹਾ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਹਉਮੈ ਛੱਡੀ ਨਹੀਂ, ਉਵੇਂ ਪੁੰਨ ਦਾਨ ਕਰੀ ਜਾਂਦੇ ਆ, ਸਾਰੇ ਕਹਿੰਦੇ ਧਰਮ ਰਾਜ ਦੇ ਜਾਓਗੇ ਤੁਸੀਂ। ਭਾਵ ਕਿ ਲੇਖਾ ਹੋਊਗਾ, ਲੇਖੇ ਦੇ ਵਿੱਚ ਜੋ ਤੁਹਾਡਾ ਰਿਜ਼ਲਟ ਹੋਏਗਾ ਉਹਦੇ ਮੁਤਾਬਕ ਤੁਹਾਨੂੰ ਜੂਨ ਮਿਲ ਜਾਏਗੀ। ਫਿਰ ਇਸੇ ਤਰੀਕੇ ਹੀ ਸਤੋਗੁਣ ਦੀ ਭਗਤੀ ਹੋਣ ਲੱਗੀ, ਇਹਨੂੰ ਕਹਿੰਦੇ ਨੇ ਕਾਲ ਦੀ ਭਗਤੀ। ਕਾਲ ਆਪ ਦੀ ਭਗਤੀ ਕਰਾਉਣ ਲੱਗਾ। ਕਾਲ ਦੀ ਭਗਤੀ ਤੋਂ ਭਾਵ ਹੈ, ਇਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਜੇ, ਵੀ ਜਿਹੜਾ ਆਕਾਰ ਦੀ ਜਾਂ ਭਾਸ਼ਾ ਦੁਆਰਾ ਜਾਂ ਆਕਾਰ ਦੀ ਕੋਈ ਵੀ ਆਪਾਂ ਭਗਤੀ ਕਰਨੇ ਆ, ਇਹ ਕਾਲ ਦੀ ਭਗਤੀ ਹੈ। ਕਿਉਂਕਿ ਜਿੰਨਾ ਆਕਾਰ ਹੈ ਇਹ ਕਾਲ ਦੇ ਵਾਸਤੇ, ਅਤੇ ਕਾਲ ਆਪਦੀਆਂ ਮੂਰਤੀਆਂ ਦੀ, ਕਿਤੇ ਮੜੀ ਦੀ, ਕਿਤੇ ਕਿਸੇ ਬਿਲਡਿੰਗ ਦੀ, ਕਿਸੇ ਆਕਾਰ ਦੀ, ਕਿਸੇ ਇਨਸਾਨ ਦੀ, ਕਿਸੇ ਰੁੱਖ ਦੀ, ਕਿਸੇ ਜਾਨਵਰ ਦੀ, ਇਸ ਤਰ੍ਹਾਂ ਦੀਆਂ ਭਗਤੀਆਂ ਕਰਾਉਂਦਾ। ਅਤੇ ਜਿਹੜੇ ਆਪਾਂ ਕਰਮ ਵੀ ਕਰਦੇ ਹਾਂ, ਜੇਕਰ ਪੁੰਨ ਕੀਤਾ ਤਾਂ ਉਹ ਮਾਇਆ ਦੇ ਦੇਸ਼ 'ਚ ਕੀਤਾ, ਕਿਸੇ ਨੂੰ ਦਾਨ ਦਿੱਤਾ ਮਾਇਆ ਦੇ ਦੇਸ਼ 'ਚ ਦਿੱਤਾ। ਮਨ ਕਰਕੇ ਅਸੀਂ ਕੋਈ ਕਰਮ ਨਹੀਂ ਕਰਦੇ, ਨਾ ਸਾਨੂੰ ਪਤਾ ਹੁੰਦਾ, ਇਹ ਕਾਲ ਆਪਦੀ ਭਗਤੀ ਕਰਾਈ ਜਾਂਦਾ। ਜਦੋਂ ਕਾਲ ਦੀ ਭਗਤੀ ਹੋਣ ਲੱਗੀ ਅਤੇ ਹਉਮੈ ਤਾਂ ਗਈ ਨਹੀਂ ਸੀ, ਉਵੇਂ ਕਰਮ ਕੋ ਕਰਨ ਲੱਗ ਗਿਆ, ਪਾਠ ਬਾਣੀ, ਨਾਮ ਜਪ ਤਪ ਮੰਤਰ ਸਭ ਪੜ੍ਹਨ ਲੱਗ ਗਿਆ, ਹਉਮੈ ਗਈ ਨਹੀਂ। ਉਹਦਾ ਸਿੱਟਾ ਕੀ ਨਿਕਲਿਆ ਵੀ ਇੱਕ ਇਨਸਾਨ ਜਿਹੜਾ ਕਰਮ ਕਰਦਾ ਸੀ ਉਹ ਦੂਜੇ ਤੋਂ ਆਪਦੇ ਆਪ ਨੂੰ ਉੱਤਮ ਮੰਨਣ ਲੱਗਾ। ਹਉਮੈ ਦਾ ਮਤਲਬ ਕੀ ਹੁੰਦਾ ਵੀ ਜੋ ਆ ਮੈਂ ਹੀ ਹਾਂ, ਦੂਜੇ ਮੂਰਖ ਨੇ। ਜਦੋਂ ਇਸ ਤਰ੍ਹਾਂ ਆ ਕੇ ਇੱਥੇ ਭਗਤੀ ਦਾ ਪੂਰਾ ਭੇਤ ਨਹੀਂ ਆਇਆ, ਜੇਕਰ ਕੋਈ ਸੂਖਮ ਤੱਕ ਮਾੜਾ ਮੋਟਾ ਦੇਵਲੋਕ ਦੀ ਅਨਹਦ ਬਾਣੀ ਤੱਕ ਪਹੁੰਚਦਾ ਵੀ, ਜਾਂ ਉਹਦੇ ਵਿਚਾਰ ਰੁਕਦੇ ਵੀ, ਪਰ ਜਦੋਂ ਅੱਗੋਂ ਨਾਮ ਅਤੇ ਸੱਚ ਦੇ ਨਾਲ ਗੰਢੀ ਨਹੀਂ ਗਈ, ਅੰਮ੍ਰਿਤ ਰਸ ਤੱਕ ਉਹਦੇ ਜਿੱਥੇ ਜਾ ਕੇ ਹਉਮੈ ਖਤਮ ਹੁੰਦੀ, ਜਿਸ ਪੁਆਇੰਟ 'ਤੇ ਜਿੱਥੇ ਜਾ ਕੇ ਮਨ ਦੀ ਈਰਖਾ ਦਵੈਤ ਖਤਮ ਹੁੰਦੀ ਹੈ, ਉੱਥੋਂ ਤੱਕ ਪਹੁੰਚਿਆ ਹੀ ਨਹੀਂ, ਅਤੇ ਦੇਵਲੋਕ ਤੱਕ ਮਾਇਆ ਵਾਰ ਕਰਦੀ। ਇਸ ਤਰ੍ਹਾਂ ਹੀ ਜਦੋਂ ਇਹ ਕਰਦੇ ਕਰਦੇ ਇਹ ਯੁੱਗ ਦਾ ਸਮਾਂ ਬੀਤਣ ਲੱਗਾ, ਕਿਉਂਕਿ ਦਿਨ ਅਤੇ ਰਾਤ ਦੋਨੋਂ ਜਨਮ ਮਰਨ ਵਿੱਚ ਨੇ, ਵਾਰੀ ਵਾਰੀ ਦਿਨ ਵੀ ਆਈ ਜਾਂਦਾ ਅਤੇ ਵਾਰੀ ਵਾਰੀ ਰਾਤ ਵੀ ਆਈ ਜਾਂਦਾ।
ਜੇ ਜਨਮ ਮਰਨ ਵਿੱਚ ਨੇ ਤਾਂ ਹੀ ਵਾਰ-ਵਾਰ ਆਉਂਦੇ ਨੇ ਨਾ। ਵਾਰ-ਵਾਰ ਜਿਹੜੀਆਂ ਸੀਜ਼ਨ ਨੇ, ਜੇ ਕੋਈ ਗਰਮੀ, ਸਰਦੀ, ਮੀਂਹ ਵਾਲਾ, ਹੁਮਸ ਵਾਲਾ, ਇਹ ਵੀ ਵਾਰੀ-ਵਾਰੀ ਆਉਂਦੇ ਨੇ। ਜਿਹੜਾ ਵਾਰ-ਵਾਰ ਆਉਂਦਾ ਉਹ ਜਨਮ ਮਰਨ ਵਿੱਚ। ਵਾਰ-ਵਾਰ ਦਿਨ ਅਤੇ ਰਾਤ ਦਾ ਜਨਮ ਮਰਨ ਸ਼ੁਰੂ ਹੋ ਗਿਆ। ਇੱਥੇ ਹਵਾ ਦਾ ਜਨਮ ਮਰਨ ਹੈ, ਅਗਨ ਦਾ ਜਨਮ ਮਰਨ ਹੈ, ਧਰਤੀ ਦਾ ਜਨਮ ਮਰਨ ਹੈ, ਵਾਰੀ-ਵਾਰੀ ਬਣਦੀ, ਵਾਰੀ-ਵਾਰੀ ਚੱਲਦੀ, ਅਤੇ ਵਾਰੀ-ਵਾਰੀ ਜਿਹੜੇ ਇਹਦੇ ਉੱਤੇ ਸੱਚ ਦਾ ਭੇਤ ਨਹੀਂ ਲੈਂਦੇ ਉਹ ਮਨਮੋਹ ਵੀ ਜਨਮ ਮਰਨ 'ਚ ਆਉਣ ਲੱਗੇ। ਇੱਕ ਦੂਜੇ ਤੋਂ ਦੂਜਾ ਇੱਕ ਨੂੰ ਉੱਤਮ ਕਹਿਣ ਲੱਗਾ। ਹੁਣ ਇੱਕ ਵਿਚਾਰਾਂ ਦੇ ਵਿੱਚ ਆ ਗਿਆ, ਉਹ ਕਹਿੰਦਾ ਵੀ ਮੇਰੇ ਤੋਂ ਉੱਤਮ ਰਹਿਣੀ ਸਹਿਣੀ ਜਾਂ ਮੇਰੇ ਵਰਗਾ ਜਪ ਤਪ ਨਹੀਂ ਕੋਈ ਕਰ ਸਕਦਾ। ਚਲੋ ਇਹ ਤਾਂ ਹੁਣ ਦੇ ਧਰਮ ਨੇ, ਪਹਿਲਾਂ ਵੀ ਬੜੇ ਧਰਮ ਜਾਤਾਂ ਬਣੀਆਂ। ਉਹ ਆਪਦੇ ਆਪ ਨੂੰ ਹਿੰਦੂ ਕਹਿਣ ਲੱਗਾ, ਕਹਿੰਦਾ ਜੀ ਮੈਂ ਹਿੰਦੂ ਹਾਂ। ਹੁਣ ਉਹਨੂੰ ਨਹੀਂ ਪਤਾ ਵੀ ਮੈਨੂੰ ਸਵਾਸਾਂ ਦਾ ਖਜ਼ਾਨਾ ਕਿਹਨੇ ਦਿੱਤਾ, ਮੈਨੂੰ ਪ੍ਰਕਾਸ਼ ਦੇ ਵਿੱਚੋਂ ਕਿਵੇਂ ਜਨਮ ਦਿੱਤਾ, ਮੈਨੂੰ ਇੱਥੋਂ ਤੱਕ ਕਿਵੇਂ ਕਿਸੇ ਨੇ ਭੇਜਿਆ। ਇਸੇ ਤਰੀਕੇ ਦੂਸਰਾ ਜੀਵ ਹੈ ਜਿਹੜਾ, ਉਹਨੇ ਆਪ ਦਾ ਭੇਖ ਬਣਾ ਕੇ ਆਪਦੀ ਉਹ ਵੀ ਭਗਤੀ ਕਰੀ ਜਾ ਰਿਹਾ, ਉਹ ਵੀ ਪੂਜਾ ਕਰਦਾ ਪਿਆ, ਉਹ ਵੀ ਆਕਾਰਾਂ ਨੂੰ ਪੂਜਦਾ ਪਿਆ। ਉਹ ਆਪਦੇ ਆਪ ਨੂੰ ਮੁਸਲਮਾਨ ਸਮਝਣ ਲੱਗਾ, ਉਹਨੇ ਆਪਦੇ ਬਚਨਾਂ 'ਚ ਆਪ ਦਾ ਨਾਮ ਮੁਸਲਮਾਨ ਰੱਖ ਲਿਆ। ਤੀਜਾ ਜਿਹੜਾ ਉਹ ਈਸਾਈ ਬਣ ਗਿਆ। ਚੌਥਾ ਜਿਹੜਾ ਜੈਨੀ ਬਣ ਗਿਆ, ਕੋਈ ਬੋਧੀ ਬਣ ਗਿਆ। ਇਸੇ ਤਰੀਕੇ ਜਿਹੜਾ ਵਿਚਾਰਾਂ ਦੇ ਵਿੱਚ ਹੈ, ਜਿਹਨੂੰ ਭੇਤ ਨਹੀਂ ਹੈਗਾ ਮੈਨੂੰ ਕਿਹਨੇ ਬਣਾਇਆ, ਉਹ ਆਪਦੇ ਆਪ ਨੂੰ ਆਕਾਰ ਦੇ ਵਜੋਂ ਹੀ ਸਿੱਖ ਕਹਿਣ ਲੱਗਾ। ਇਸੇ ਤਰੀਕੇ ਵਾਰੀ ਵਾਰੀ ਵੱਧੋ ਵੱਧ ਜਿਨ੍ਹਾਂ ਨੇ ਸਤੋ ਗੁਣ ਦੇ ਵਿੱਚ ਆ ਕੇ ਭਗਤੀ ਕੀਤੀ, ਸਿਰਫ ਆਕਾਰ ਦੇ ਨਾਲ ਜੁੜੇ ਰਹੇ, ਮਾਇਆ ਦੇ ਜਾਲ ਦਾ ਭੇਤ ਨਾ ਲਿਆ, ਅਤੇ ਇਹ ਭੇਤ ਨਾ ਲਿਆ ਕਿ ਮਨ ਨੇ ਸੁੰਨ ਦੇ ਵਿੱਚ ਕਿਵੇਂ ਜਾਣਾ, ਮਾਇਆ ਦੀ ਕਿਹੜੀ ਫਾਹੀ ਸਾਡੇ ਉੱਤੇ ਪਈ ਹੈ, ਜਾਂ ਕਿਵੇਂ ਸਾਨੂੰ ਕਾਲ ਸੂਖਮ ਰੂਪ 'ਚ ਕੁੱਟਦਾ ਪਿਆ, ਇਹ ਨਹੀਂ ਲਿਆ। ਸਿਰਫ ਸੰਸਾਰੀ ਤੌਰ 'ਤੇ ਇੱਕ ਦੂਜੇ ਨੂੰ ਵੇਖ ਕੇ, ਇੱਕ ਦੂਜੇ ਤੋਂ ਆਪਦੇ ਆਪ ਨੂੰ ਵੱਡਾ ਕਹਿਣ ਵਾਸਤੇ, ਇੱਕ ਦੂਜੇ ਦੇ ਪ੍ਰਥਾਏ ਚੰਗਾ ਬਣਨ ਵਾਸਤੇ, ਜਾਂ ਸਿਰਫ ਪ੍ਰਲੋਕ ਦੀ ਤਾਂ ਕਿਤੇ ਗੱਲ ਹੀ ਨਹੀਂ, ਦੁਨਿਆਵੀ ਤੌਰ 'ਤੇ ਹੀ ਵਿਆਕਰਨ ਦੇ ਆਧਾਰ 'ਤੇ, ਗ੍ਰੰਥਾਂ ਦੇ ਆਧਾਰ 'ਤੇ ਇੱਕ ਦੂਜੇ ਤੋਂ ਸਰਵਸ਼੍ਰੇਸ਼ਟ ਬਣਨ ਦੇ ਲਈ ਭਗਤੀ ਜਪ ਤਪ ਕਰਦੇ ਨੇ। ਪਰ ਹਉਮੈ ਨਹੀਂ ਟੁੱਟੀ ਅਤੇ ਆਪ ਦੇ ਆਪ ਨੂੰ ਧਰਮ, ਜਾਤ ਅਤੇ ਮਜ਼ਹਬ ਦੀਆਂ ਜੰਜੀਰੀਆਂ 'ਚ ਬੰਨ੍ਹ ਲਿਆ, ਆਪ ਹੀ ਬੰਨ੍ਹ ਲਿਆ। ਉਹ ਕਹਿੰਦੇ ਸਾਡਾ ਉੱਤਮ ਹੈ, ਉਹ ਕਹਿੰਦਾ ਸਾਡਾ ਉੱਤਮ ਹੈ, ਅਤੇ ਇੱਕ ਦੂਜੇ ਨੂੰ ਜਬਰਨ, ਉਹ ਕਹਿੰਦੇ ਤੁਸੀਂ ਸਾਡੇ ਧਰਮ 'ਚ ਆਓ, ਸਾਡੇ ਧਰਮ 'ਚ ਆਓ। ਅਤੇ ਜੇਕਰ ਕੋਈ ਜੀਵ ਧਰਮ ਪਰਿਵਰਤਨ ਕਰਕੇ ਇੱਕ ਦੂਜੇ ਪਾਸੇ ਜਾਂਦਾ ਵੀ ਹੈ, ਅੱਗੋਂ ਹੁੰਦਾ ਕੁਛ ਨਹੀਂ, ਉੱਥੇ ਵੀ ਡੁੱਬਦਾ ਹੈ, ਉੱਥੇ ਵੀ ਡੁੱਬਦਾ ਹੈ, ਉਹ ਉਹਦੀ ਕਰਦੇ ਨੇ, ਉਹਦੀ ਕਰਦੇ ਨੇ। ਹੁਣ ਭੇਤ ਹੈ ਨਹੀਂ ਵੀ ਇਹ ਚੀਜ਼ ਅਸੀਂ ਭੁੱਲ ਗਏ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਵੀ ਖੇਡ ਤਾਂ ਸਾਰੀ ਮਾਸ ਤੋਂ ਸ਼ੁਰੂ ਹੋਈ ਸੀ, ਅਤੇ ਮਾਸ ਕਿੱਥੋਂ ਬਣਿਆ? ਖੇਲ ਤਾਂ ਸਾਰੀ ਆਹ 10 ਦੁਆਰਿਆਂ ਦੇ ਸਰੀਰ ਤੋਂ ਸ਼ੁਰੂ ਹੋਈ ਸੀ, ਇਹਦੇ ਵਿੱਚ ਮਨ ਆਇਆ ਅਤੇ ਖੇਡ ਸ਼ੁਰੂ ਹੋ ਗਈ। ਅਤੇ ਇਹ ਕਿੱਥੋਂ ਬਣਿਆ? ਅਤੇ ਅਗਾਂਹ ਦੀ ਅਗਾਂਹ ਚੱਲ ਪਏ। ਅਤੇ ਮਹਾਰਾਜ ਕਹਿੰਦੇ ਮਾਇਆ ਫਾਸ ਬੰਦ ਨਹੀਂ ਫਾਰੈ, ਅਰ ਮਨ ਸੁਨ ਨਾ ਲੂਕੇ, ਆਪਾ ਪਦ ਨਿਰਮਾਣ ਨਾ ਚੀਨਿਆ, ਇਨ ਵਿਦਾ ਵੀ ਉਹ ਨਾ ਚੂਕੇ। ਕਹਿੰਦੇ ਮਾਇਆ ਦੀ ਫਾਈ ਦਾ ਭੇਤ ਨਹੀਂ ਲੱਗਾ, ਬੰਨਣਾ ਨੂੰ ਤੋੜਿਆ ਨਹੀਂ ਗਾ। ਬੰਨਣ ਕਿਹੜੇ ਆ ਬਈ? ਬੰਨਣ ਕਿਹੜੇ ਆ? ਬੰਨਣ ਕਿਹੜੇ ਪਏ ਨੇ ਸਾਡੇ ਤੇ? ਹਾਂਜੀ, ਹਾਂ, ਹਉਮੈ ਦੇ ਬੰਨਣ ਪਏ ਹੋਏ ਸਾਡੇ 'ਚ। ਹਉਮੈ ਦੇ ਬੰਨਣ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਨਣ, ਜਿਹੜੇ ਬੰਨਣ ਹੁੰਦੇ ਨੇ, ਜਿਹੜਾ ਅਸੀਂ ਆਪੇ ਨੂੰ ਆਪਦੇ ਆਪ ਨੂੰ ਕਿਸੇ ਤੋਂ ਨੀਵਾਂ ਨਹੀਂ ਸਮਝਦੇ। ਮੰਨ ਲਓ ਮੇਰੇ ਵਿੱਚ ਹਰੇਕ ਦੇ ਬੰਨਣ ਅਲੱਗ ਨੇ। ਪਹਿਲੜਾ ਬੰਨਣ ਤਾਂ ਪਿਆ ਹੋਇਆ ਵੀ ਮੈਂ ਸਮਝਦਾ ਵੀ ਮੈਂ ਮੇਰੇ ਪਰਿਵਾਰ ਨੂੰ ਛੱਡ ਕੇ ਨਹੀਂ ਜਾ ਸਕਦਾ। ਪਰਿਵਾਰ ਤਾਂ ਨਹੀਂ ਕਹਿੰਦਾ ਤੂੰ ਸਾਨੂੰ ਛੱਡ ਕੇ ਜਾ ਕੇ ਨਾ ਜਾ। ਮੈਂ ਸੋਚ ਲਿਆ ਵੀ ਮੇਰੇ ਬੱਚਿਆਂ ਨੂੰ ਕੌਣ ਪਾਲੇਗਾ। ਇਹ ਕੀ ਹੋ ਗਿਆ? ਮੇਰੇ ਉੱਤੇ ਬੰਨਣ ਹੋ ਗਿਆ। ਮੈਂ ਸੋਚ ਲਿਆ ਵੀ ਜੇ ਮੈਂ ਇੱਥੋਂ ਨਹਾ ਧੋ ਕੇ ਬਾਹਰ ਨਾ ਜਾਊਂਗਾ, ਜੇ ਮੈਂ ਨਹਾ ਧੋ ਕੇ ਕੱਪੜੇ ਪਾ ਕੇ ਹੀ ਬਾਹਰ ਜਾਵਾਂਗਾ, ਉਵੇਂ ਮੈਂ ਨਹੀਂ ਜਾਂਦਾ। ਜੇ ਕੋਈ ਜਾਵੇਗਾ ਤਾਂ ਲੋਕ ਕੀ ਕਹਿਣਗੇ? ਇਹ ਲੋਕ ਲੱਜਾ ਦਾ ਬੰਨਣ ਹੋ ਗਿਆ, ਬੰਦ ਹੋ ਗਿਆ ਨਾ ਸਾਡੇ ਤੇ। ਪੰਜਾਂ ਨੇ ਵਿਚਾਰ ਦਿੱਤਾ ਵੀ ਜੇ ਤੂੰ ਨਹਾ ਧੋ ਕੇ ਪੱਗ ਬੰਨ੍ਹ ਕੇ ਬਾਹਰ ਨਾ ਗਿਆ, ਲੋਕ ਕੀ ਕਹਿਣਗੇ ਤੈਨੂੰ? ਬੰਨਣ ਹੋ ਗਿਆ ਲੋਕ ਲੱਜਾ ਦਾ। ਇਸੇ ਤਰੀਕੇ ਕਿਸੇ ਨੇ ਕਹਿ ਦਿੱਤਾ ਵੀ ਜਿੰਨੀ ਤੇਰੀ ਗੈਟਅਪ ਹੈ ਤੂੰ ਮਾੜੇ ਬੰਦੇ ਨੂੰ ਬੁਲਾਉਣਾ ਨਹੀਂ। ਅੰਦਰੋਂ ਹੰਕਾਰ ਨੇ ਵਿਚਾਰ ਦਿੱਤਾ, ਮਨ ਨੇ ਮੰਨ ਲਿਆ। ਇਹ ਕੀ ਹੋ ਗਿਆ? ਹੰਕਾਰ ਦਾ ਬੰਨਣ ਹੋ ਗਿਆ। ਅਤੇ ਪਤਾ ਨਹੀਂ ਸਾਡੇ ਉੱਤੇ ਕਿੰਨੇ ਕੁ ਬੰਨਣ ਨੇ। ਜੇ ਸਾਨੂੰ ਕੋਈ ਕਹਿ ਦੇ ਨਾਮ ਜਪ ਲੈ, ਅਸੀਂ ਜਪਦੇ ਨਹੀਂ। ਕਿਉਂ? ਕਿਉਂਕਿ ਸਾਡਾ ਆਪ ਦਾ ਗਿਆਨ ਬੰਨਣ ਇੰਨੇ ਪਏ ਹੋਏ ਨੇ, ਉਹ ਸਾਨੂੰ ਜਪਣ ਨਹੀਂ ਦਿੰਦੇ। ਠੀਕ ਹੈ ਜੀ। ਮਹਾਰਾਜ ਕਹਿੰਦੇ ਮਾਇਆ ਫਾਸ ਬੰਦ ਨਹੀਂ ਫਾਰੇ। ਮਾਇਆ ਦੀ ਫਾਈ ਦਾ ਪਤਾ ਨਹੀਂ ਲੱਗਾ, ਬੰਨਣ ਟੁੱਟੇ ਨਹੀਂ। ਅਰ ਮਨ ਸੁਨ ਨਾ ਲੂਕੇ, ਮਨ ਸੁਨ ਦੇ ਵਿੱਚ ਜਾਂਦਾ ਨਹੀਂ। ਆਪਾ ਪਦ ਨਿਰਵਾਣ ਨਾ ਚੀਨਿਆ। ਆਪਾ ਪਦ ਭਾਵ ਕਿ ਨਿਜ ਪਦ ਕਿਹੜਾ ਸੀ, ਪ੍ਰਕਾਸ਼ ਦਾ ਪਦ ਕਿਹੜਾ ਸੀ, ਨਿਰਵਾਣ ਉਹ ਮਾਲਕ ਦੀ ਭੇਤ ਨਹੀਂ ਲਿਆ।
इन बिदा भी होना चुके तो जन्म मरण में लगातार आई जा रहे। हुण इन्हां जीवां ने सतोगुण का धर्म अपना लिया। असल दे विच सारे है सतोगुणी ने, ठीक है, सेवा भावना भी करते हैं, एक दूजे दे नाल मेल जोल भी कर लेंदे ने, फिर लड़ पैंदे ने, अगे पिछे हो जाते हैं। पर इन्हां दे विच नाम सच दा भेत भी आपां प्रगट कित्थों होए आ ते अपने विचार किवें अड्डो अड्ड हो गए। चलो ठीक है, भाषा तो सारियां मालक दियां पैदा कीतियां ने, अज तक पता नहीं किन्नियां क भाषा बणियां ने, खत्म हो गई ने, भी आपां अड्डो अड्ड किवें हो गए, अपने विचार किवें अड्डो अड्ड हो गए, ये किसी ने नहीं भेत लिया। तो ये भेत फिर जिहड़ा जिवें समय समय ते भगत कुछ प्रगट होए पर खुले रूप दे विच, भी मैं गल ज़्यादा वड्डी ना करा क्योंकि कथा का विस्तार वधदा है। ये फिर गुरु नानक सच्चे पातशाह ते जिहड़े समय समय के पीर पैगंबर सतगुर साहिबान प्रगट होए। देखो महाराज सच्चे पातशाह ने सारिਆਂ ਦੇ ਵਿੱਚ ਰਹਿਬਰ पैदा किए, चाहे मुसलमान आ, चाहे आपदे आप नूं हिंदू ईसाई समझदा है, चाहे आप सोचिए कोई जट कहता है, कोई आपदे आप नूं रविदासिया कहता है, कोई वाल्मीकि कहता है। सारिਆਂ ਦੀ कौम दे विच, मजहब दे विच, जात दे विच महाराज ने रहबर पैदा किए, उसे ही खानदान उसे ही कौम दे। उन्होंने आके दस्सिया भी पहलां तां तुसीं तां इत्थे कहते पे हो, जिवें कबीर साहब नूं कहंदे भी तूं मुसलमान हो के हिंदुआं दी गल करना, तू राम राम क्यों जपना, तू तां मुसलमान। गुरु नानक सच्चे पातशाह नूं कहंदे तू जनेऊ पा, तू आपदे नवें धर्म चलाउण लग पिया। गल उत्थे ये नहीं सी भी महाराज ने कोई नवां धर्म चला लिया, बई उन्होंने कहा भी नहीं जी हुण जनेऊ छड्ड के असीं गातरा पाया करांगे, ये नहीं गल हुई। गल ये सी भी उन्होंने एक अकाल दा आके भेत दिता भी जे जनेऊ पाना नहीं तो क्यों नहीं पाना। जे तुसीं सूरज नूं नमस्कार करदे हो, पानी झटदे पए हो, तो क्यों झटदे पए हो। उन्होंने एक गल कीती विच अकाल दी आके, ते उन्होंने अकाल दी शक्ति लैके, अकाल तो भेत लैके, अकाल दा खेल प्रगट करके उस तो बाद जेकर वर्दी दिती, सानू शस्त्र दिते, सारा कुछ दिता, तो फिर वो उन्होंने कारण पिछे एक दिता, ना कि उन्होंने बिना कारण तो ही सानू ये चीज़ां दे दित्तियां। जदों फिर गुरु नानक सच्चे पातशाह ने आके, कबीर साहब ने, नामदेव जी ने, रविदास जी ने, गुरु नानक सच्चे पातशाह तो ये पहलों होए ने, कुछ बराबर होए ने, इन्हां दे समकाली होया, कुछ पहलों होया। इन्होंने आके फरीद साहब होना ने इन्होंने प्रचार किया भी आपां हिंदू मुसलिम सिख ईसाई या जो भी, सिख चलो उदों बने भी नहीं सी, गुरु नानक साहब तो बाद सिक्खी शुरू हुई। किहड़ी सिक्खी? सिक्खी सिक्ख्या गुर विचार। जदों सतगुर दी विचार चली, प्रकाश रूपी सतगुर दी विचार चली, उस विचारधारा नूं जिन्हें अपनाया भी कित्थों असीं प्रगट होए, किवें होए, किवें ब्रह्मंड आकाश पताल बने, किवें असीं सच विच समा सकदे हां। जिन्हां ने इस सिੱਖੀ तो इस सिੱਖੀ नूं, इस सिੱਖਿਆ नूं लिया, वो सिख बने। सो सिख सखा बंधप है भाई, जे गुर के भाणे विच आवे, अपने भाणे जो चलै भाई विछड़ चोटा खावे। जिहड़े अपने भाणे चल के ते आपदे आप नूं जेकर सिर्फ एक भेखधारी बना के कहंदे ने असीं सिख हां, तो वो तो फिर पहलों जिवें एक अज तक हो ही गया, रोले पैंदे आ रहे आ मजहबां जातां दे, ते उस तरीके ही है। हुण विचारां विच एक आपदे आप नूं मुसलमान कह रहा, एक सिख कह रहा, एक ईसाई कह रहा, एक हिंदू कह रहा, को जैनी, को बोधी, को क्रिश्चन, को अंग्रेज, को सूफी, को शिया, अलग अलग है। ठीक, ये भी भगती करते हैं, ये भी आपो आपदे चोले पाउंदे आ, आपो आपदियां गल्लां बातां सेवा भावना जिन्नी उन्होंने पता है, पर करते सतोगुण ची ने। काल भगती करा रहा, तो काल की भगती करके ते आपस में भगती भी करते पे ने, ते आपस में लड़ी भी जाते हैं। गुरुद्वारे वंड लै, मंदिर वंड लै, मस्जिदां वंड लियां। ये फिर किहो जी भगती होई भी जिहड़ी करके मन के विकार ही नहीं खत्म होंदे, ते जुड़न वाले दे मन च होर अगन पैदा हो जाती है। सो तां काल कहंदा भी भगती कर लो पर दुबधा विचों ना निकलो। इस करके उन्हें इन्ने अनाड़ी असंत पैदा कर दिते ने भी ठीक है भगती कराई जाओ, आकारां दी मेरी भगती कराओ, दुबधा पाई जाओ, इस तो सौखा तो कोई काम ही है नहीं। तो ऐसे जिहड़े जगियासू हुंदे ने, जगियासू जिहड़े ने वो जदों देखदे आ भी काल दी भगती करन वालिਆਂ ਨੂੰ देखदे आ, इन्हां दी संगत ਨੂੰ देखदे आ, ਤੇ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਪੈਦਾ ਹੁੰਦਾ ਵੀ ਇਹ ਕਿਵੇਂ ਦੀ ਭਗਤੀ ਹੈ, ਵੀ ਇਦੋਂ ਤਾਂ ਧਰਮ ਦੇ ਨਾਲ ਜੁੜਨਾ ਹੀ ਨਹੀਂ ਚਾਹੀਦਾ, ਇਹਦੇ ਵਿੱਚ ਤਾਂ ਵਿਨਾਸ਼ ਬਹੁਤ ਹੈ। ਕਿਉਂਕਿ ਸਭ ਤੋਂ ਇੱਕ ਜੇਕਰ ਮਾਨਸਿਕ ਤੌਰ 'ਤੇ ਜੇ ਕੋਈ ਵੱਡਾ ਮਸਲਾ ਬਣਦਾ ਤੇ ਉਹ ਧਰਮ ਦਾ ਹੀ ਮਸਲਾ ਬਣਦਾ। ਜਦੋਂ ਕਦੇ ਲੜਾਈਆਂ ਹੋਈਆਂ ਨੇ ਧਰਮ ਦੇ ਜਿੰਨੀਆਂ ਪਿੱਛੇ ਲੜਾਈਆਂ ਹੋਈਆਂ ਨੇ ਜਾਤਾਂ ਮਜ਼ਹਬਾਂ ਪਿੱਛੇ, ਉਨੀਆਂ ਆਮ ਪਦਾਰਥਾਂ ਪਿੱਛੇ ਨਹੀਂ ਲੜਾਈਆਂ ਹੋਈਆਂ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੋਲੀਆ ਸੱਚ ਧਰਮ ਝੂਠ ਨਾ ਬੋਲੀਆ, ਜੋ ਗੁਰ ਦੱਸੇ ਵਾਟ ਮੁਰੀਦਾ ਤੋਲੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆ ਕੇ ਅਸਲ ਧਰਮ ਦਾ ਭੇਤ ਦਿੱਤਾ। ਕਹਿੰਦੇ ਇਹ ਧਰਮ ਨਹੀਂ ਜਿਹੜਾ ਤੁਸੀਂ ਸਤੋਗੁਣ 'ਚ ਅਪਣਾ ਰਹੇ ਹੋ, ਇਹ ਤਾਂ ਇੱਕ ਕਰਮ ਹੈ।
ਕੋਈ ਗਊ ਦਾਨ ਕਰ ਰਿਹਾ ਹੈ, ਕੋਈ ਪੈਸਾ ਦਾਨ ਕਰ ਰਿਹਾ ਹੈ, ਕੋਈ ਬੋਧੀ ਰੱਖ ਰਿਹਾ ਹੈ, ਕੋਈ ਟਿੰਡ ਰੱਖ ਰਿਹਾ ਹੈ, ਕੋਈ ਜੂੜਾ ਰੱਖ ਰਿਹਾ ਹੈ, ਕੋਈ ਦਾੜੀ ਰੱਖ ਰਿਹਾ ਹੈ, ਕੋਈ ਮੁੱਛ ਰੱਖ ਰਿਹਾ ਹੈ, ਕੋਈ ਮੁੱਛ ਕਟਾ ਰਿਹਾ ਹੈ, ਕੋਈ ਗੋਲ ਟੋਪੀ ਪਾ ਰਿਹਾ ਹੈ, ਕੋਈ ਨੀਲ ਵਸਤਰ ਪਾ ਰਿਹਾ ਹੈ, ਕੋਈ ਗੇਹੂਏ ਵਸਤਰ ਪਾ ਰਿਹਾ ਹੈ, ਕੋਈ ਥੋੜ੍ਹੀ ਜਿਹੀ ਸ਼ੇਪ ਬਦਲ ਕੇ ਉਹਨੂੰ ਕਹਿੰਦਾ ਵੀ ਇਹ ਮੰਦਰ ਏ, ਕੋਈ ਉਹਦੀ ਬਣਾਵਟ ਦੀ ਸ਼ੇਪ ਬਦਲ ਕੇ ਕਹਿੰਦਾ ਮਸਜਿਦ ਏ, ਕੋਈ ਉਹਦੀ ਬਣਾਵਟ ਬਦਲ ਕੇ ਕਹਿੰਦਾ ਵੀ ਇਹ ਗੁਰਦੁਆਰਾ ਹੈ, ਉਹ ਪੱਥਰ ਦੇ ਹੀ ਬਣੇ ਨੇ। ਮਾਰੇ ਕਹਿੰਦੇ ਇਹ ਨਹੀਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਰਾਮ ਰਾਮ ਕਹਿ ਕੇ, ਕੋਈ ਖੁਦਾ ਕਹਿ ਕੇ, ਇੰਨੇ ਪਿੱਛੇ ਹੀ ਵੰਡੀਆਂ ਪਾਉਂਦਾ ਪਿਆ। ਤੇ ਮਹਾਰਾਜ ਕਹਿੰਦੇ ਨੇ ਵੀ ਅਸਲ ਮੂਲ ਦਾ ਤੁਹਾਨੂੰ ਕਿਸੇ ਨੂੰ ਵੀ ਭੇਤ ਨਹੀਂ ਹੈਗਾ, ਵੀ ਜੇ ਰਾਮ ਪੈਦਾ ਹੋਇਆ ਜਾਂ ਰਾਮ ਦਾ ਜਾਂ ਹਿੰਦੀ, ਦੇਵਨਾਗਰੀ, ਪੰਜਾਬੀ, ਗੁਰਮੁਖੀ ਲਿਪੀ ਇਹ ਕਿੱਥੋਂ ਪੈਦਾ ਹੋਈਆਂ? ਗੱਲ ਕਹਿੰਦੇ ਜਿੱਥੋਂ ਪੈਦਾ ਹੁੰਦਾ ਪਿਆ ਉਹਨੂੰ ਤੇ ਆਓ। ਸਭ ਤੋਂ ਵੱਡਾ ਹੁੰਦਾ ਪੈਦਾ ਕਰਨ ਵਾਲਾ, ਤੇ ਜਿਹਨੇ ਕੀਤਾ ਉਹਦਾ ਭੇਤ ਲੈ ਕੇ ਉਹਨੂੰ ਧਿਆਓ। ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਫਿਰ ਪ੍ਰਕਾਸ਼ ਸੱਚ ਦੀ ਗੱਲ ਕੀਤੀ ਵੀ ਜਿਹੜਾ ਅੱਲਾ ਕਹਿੰਦਾ ਪਿਆ ਤੈਨੂੰ ਪਤਾ ਵੀ ਅੱਲਾ ਕੌਣ ਹੈ? ਉਹ ਕਹਿੰਦਾ ਨਹੀਂ। ਕਿਤੇ ਨਾ ਕਿਤੇ ਜਾ ਕੇ ਆਕਾਰ ਨਾਲ ਜਾਂ ਕਿਸੇ ਰਹਿਬਰ ਨਾਲ ਹੀ ਜੁੜ ਜਾਂਦੇ ਨੇ। ਫਿਰ ਜੇ ਹੁੰਦੇ ਤੈਨੂੰ ਰਾਮ ਤਾਂ ਤੂੰ ਰਾਮ ਰਾਮ ਤਾਂ ਜਪੀ ਜਾਣਾ, ਪਤਾ ਰਾਮ ਕੌਣ ਹੈ? ਉਹ ਫਿਰ ਕਿਤੇ ਨਾ ਕਿਤੇ ਜਾ ਕੇ ਕਿਸੇ ਆਕਾਰ ਨਾਲ ਜੁੜ ਜਾਂਦਾ, ਜਾਂ ਮੂਰਤੀ ਨਾਲ ਜੁੜ ਜਾਂਦਾ, ਜਾਂ ਮੰਦਰ ਨਾਲ। ਤੇ ਜੇ ਇੱਕ ਸਿੱਖ ਨੂੰ ਅੱਜ ਪੁੱਛੀਏ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਪਿਆ, ਸਤਿਨਾਮ ਵਾਹਿਗੁਰੂ, ਤੈਨੂੰ ਪਤਾ ਹੈ ਕੌਣ ਹੈ? ਉਹ ਵੀ ਕਿਸੇ ਨਾ ਕਿਸੇ ਆਕਾਰ ਦੇ ਉੱਤੇ ਜਾ ਕੇ ਜਾਂ ਕਿਸੇ ਸਾਧ ਦੇ ਨਾਲ ਜਾਂ ਕਿਸੇ ਬਿਲਡਿੰਗ ਦੇ ਨਾਲ ਜੁੜਿਆ ਮਿਲਦਾ। ਇਹ ਨਹੀਂ ਪਤਾ ਵੀ ਕਿਵੇਂ ਉਹ ਖੇਲ ਹੈ। ਸੋ ਇਸ ਤਰੀਕੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜਦੋਂ ਇੱਕ ਦੁਰਦਸ਼ਾ ਸਾਡੀ ਦੇਖੀ, ਭਗਤਾਂ ਨੇ ਆ ਕੇ ਮੰਦੜੇ ਹਾਲ ਦੇਖੇ, ਉਹਨਾਂ ਨੇ ਫਿਰ ਇਹ ਭਾਵ ਦੇ ਵਿੱਚੋਂ ਇਹ ਚੌਥੇ ਪਦ ਦੀ ਭਗਤੀ ਨੂੰ ਪ੍ਰਗਟ ਕੀਤਾ ਵੀ ਜੇ ਦੇਖੋ ਵੀ ਜੇ ਤੁਸੀਂ ਠੀਕ ਹੈ, ਤੁਸੀਂ ਨਾਮ ਦਾ ਰਸ ਲੈਣਾ ਚਾਹੁੰਦੇ ਜੇ, ਸੱਚ ਦਾ ਰਸ ਲੈਣਾ ਚਾਹੁੰਦੇ ਜੇ, ਤੇ ਮਹਾਰਾਜ ਕਹਿੰਦੇ ਫਿਰ ਉਹ ਇੱਥੇ ਤੁਹਾਨੂੰ ਤ੍ਰੈਗੁਣ ਦੇ ਵਿੱਚ ਜਾਂ ਇਸ ਤਰ੍ਹਾਂ ਆਕਾਰਾਂ 'ਚ ਨਹੀਂ ਮਿਲਣਾ। ਉਹ ਮਾਰਗ ਸੁਰਤ ਦਾ ਹੈ, ਉਹ ਮਾਰਗ ਧਿਆਨ ਦਾ ਹੈ। ਉਵੇਂ ਤੁਸੀਂ ਸੱਚ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਉਹਦੇ ਦੋ ਰੂਪ ਨੇ। ਜੇ ਆਕਾਰਾਂ ਵਿੱਚ ਕਰਨਾ ਚਾਹੁੰਦੇ ਜੇ ਤੇ ਜੋ ਤੁਹਾਨੂੰ ਸਾਹਮਣੇ ਵੇਖਦਾ ਪਿਆ ਇਹ ਸਾਰਾ ਮਾਲਕ ਹੀ ਹੈ, ਸੱਚ ਹੀ ਹੈ, ਇਹ ਮਾਇਆ ਰੂਪ ਹੈ, ਇਹ ਨਿਰਗੁਣ ਸਰੂਪ ਹੈ ਮਾਲਕ ਦਾ। ਪਰ ਮਾਫ਼ ਕਰਿਆ ਜੇ ਸਰਗੁਣ ਸਰੂਪ ਹੈ ਮਾਲਕ ਦਾ। ਪਰ ਜੇ ਤੁਸੀਂ ਨਿਰਗੁਣ ਦੇ ਪ੍ਰਕਾਸ਼ ਦੇ ਦਰਸ਼ਨ ਕਰਨਾ ਚਾਹੁੰਦੇ ਜੇ, ਉਹ ਫਿਰ ਸੁਰਤ ਦੁਆਰਾ, ਧਿਆਨ ਦੁਆਰਾ, ਉਹ ਫਿਰ ਤੁਹਾਡੇ ਅੰਤਰਗਤ ਖੋਜ ਦੁਆਰਾ ਹੋਣਗੇ। ਉੱਥੋਂ ਭਗਤੀ ਤੁਹਾਡੀ ਸ਼ੁਰੂ ਹੋਏਗੀ। ਤੇ ਭਗਤੀ ਕਰਨੀ ਵੀ ਮਨ ਨੇ ਆ। ਤਨ ਜਿਹੜਾ ਹੈ ਇਹ ਕਰਮ ਕਰਦਾ ਹੈ, ਮਨ ਧਰਮ ਕਰਦਾ ਹੈ। ਹੁਣ ਉਲਟਾ ਹੋ ਗਿਆ, ਮਨ ਦੇ ਵਿੱਚ ਤਾਂ ਕਰਮ ਦੇ ਫੁਰਨੇ ਚੱਲੀ ਜਾ ਰਹੇ ਨੇ ਤੇ ਤਨ ਨੂੰ ਤੁਸੀਂ ਧਰਮ ਕਰਵਾਉਂਦੇ ਜੇ। ਤਨ ਕਰਕੇ ਬਾਣੀ ਪੜ੍ਹੀ ਜਾ ਰਹੇ ਹੋ, ਤਨ ਕਰਕੇ ਸਿਮਰਨ ਕਰ ਰਹੇ ਹੋ, ਤਨ ਕਰਕੇ ਸੇਵਾ ਕਰ ਰਹੇ ਹੋ, ਤੇ ਮਨ ਜਿਹੜਾ ਵਿਚਾਰ ਲੈ ਰਿਹਾ। ਤੇ ਹੋਣਾ ਚਾਹੀਦਾ ਵੀ ਤਨ ਕਰਮ ਕਰੇ ਤੇ ਮਨ ਧਰਮ ਕਰੇ। ਮਨ ਧਰਮੀ ਹੈ, ਤਨ ਕਰਮੀ ਹੈ। ਸੋ ਇਸ ਕਰਕੇ ਕਰਮ ਤੇ ਧਰਮ ਦੀ ਜਾਂਚ ਸਿੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੱਸਿਆ, ਕਹੀ ਨਾ ਉਪਜੈ ਉਪਜੀ ਜਾਣੇ, ਭਾਵ ਅਭਾਵ ਵੀ ਹੋਣਾ, ਉਹਦੇ ਅਸਤ ਕੀ ਮਨ ਬੁੱਧ ਨਾਸੀ, ਤਉ ਸਦਾ ਸਹਿਜ ਲਿਵ ਲੀਣਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤਉ ਮਨ ਸੁਨ ਸਮਾਨ। ਜਿਵੇਂ ਪਾਣੀ ਦੇ ਵਿੱਚ ਪਾਣੀ ਦੀ ਲਹਿਰ ਮਿਲਦੀ ਆ, ਅਗਨ ਦੀਆਂ ਲਾਟਾਂ ਇਕੱਠੀਆਂ ਹੋ ਕੇ ਇੱਕ ਵੱਡੀ ਅੱਗ ਦਾ ਰੂਪ ਧਾਰਨ ਕਰਦੀਆਂ ਨੇ, ਇਸ ਤਰੀਕੇ ਜਿੰਨੀ ਦੇਰ ਤੱਕ ਤੁਹਾਡਾ ਸੁਰਤ ਧਿਆਨ ਜਿਹੜਾ ਸੱਚ ਵਿੱਚ ਨਹੀਂ ਸਮਾਉਂਦਾ, ਮਨ ਸੁਣ ਦੇ ਵਿੱਚ ਜਾ ਕੇ ਨਹੀਂ ਲੁਕਦਾ, ਮਨ ਸਹਿਜ ਦੇ ਵਿੱਚ ਜਾ ਕੇ ਨਹੀਂ ਉਹ ਖੋਜ ਕਰਦਾ, ਉਨੀ ਦੇਰ ਤੱਕ ਇਹ ਸੱਚਾ ਪਾਤਸ਼ਾਹ ਪ੍ਰਗਟ ਨਹੀਂ ਹੋਣਾ। ਫਿਰ ਜਦੋਂ ਕਿਉਂਕਿ ਆਦਤ ਬਣ ਚੁੱਕੀ ਸੀ ਤਨ ਨੂੰ ਕਸ਼ਟ ਦੇਣ ਦੀ, ਅੱਜ ਵੀ ਜਿਵੇਂ ਆਪਾਂ ਆਏ ਜਦੋਂ ਸੁਰਤ ਸ਼ਬਦ ਦਾ ਭੇਤ ਦੱਸਦੇ ਹਾਂ ਵੀ ਸੂਖਮ ਦੇ ਵਿੱਚ ਉਹਨਾਂ ਫਿਰ ਸਾਨੂੰ ਦੱਸਿਆ ਵੀ ਇਹ ਸਾਰਾ ਖੇਲ ਸ਼ੁਰੂ ਹੋਏਗਾ। ਪਹਿਲਾਂ ਤੁਸੀਂ ਆਪ ਦੇ ਇਹਨਾਂ ਵਿਚਾਰਾਂ ਤੋਂ ਉੱਪਰ ਉੱਠੋ ਜਿੱਥੇ ਸੁੰਨ ਸ਼ੁਰੂ ਹੁੰਦੀ ਹੈ, ਜਿਹਨੂੰ ਸੁੰਨ ਕਹਿ ਦਿੱਤਾ, ਆਪਾ ਪਦ ਕਹਿ ਦਿੱਤਾ, ਨਿਜ ਪਦ ਕਹਿ ਦਿੱਤਾ, ਉੱਥੋਂ ਖੇਲ ਸ਼ੁਰੂ ਹੋਏਗਾ। ਪਹਿਲਾਂ ਤੁਸੀਂ ਇਹਨਾਂ ਵਿਚਾਰਾਂ ਨੂੰ ਛੱਡ ਕੇ ਸਮਾਧ ਵਿੱਚ ਬੈਠੋ। ਸੁੰਨ ਸਮਾਧ, ਗੁਫਾ ਤੈ ਆਸਣ, ਕੇਵਲ ਪਾਰ ਬ੍ਰਹਮ ਪੂਰਨ ਤਪਸ। ਜਗ੍ਹਾ ਤਾਂ ਸੁੰਨ ਸਮਾਧ, ਅਨਹਤ ਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾ। ਤੁਸੀਂ ਸੁੰਨ 'ਚ ਸਮਾਧੀ ਲਾ ਕੇ ਬੈਠੋ। ਉੱਥੋਂ ਫਿਰ ਇੱਕ ਅਲੱਗ ਕੁਦਰਤ ਪੈਦਾ ਹੁੰਦੀ ਹੈ ਜਿਹਦੇ ਵਿੱਚ ਕੋਈ ਆਕਾਰ ਨਹੀਂ, ਰੰਗ ਨਹੀਂ। ਉਹ ਉੱਥੇ ਫਿਰ ਨਾਦ ਦੀ ਖੇਲ ਚੱਲਦਾ, ਪ੍ਰਕਾਸ਼ ਦਾ ਖੇਲ ਚੱਲਦਾ, ਆਤਮਕ ਮੰਡਲ ਦਾ ਖੇਲ ਚੱਲਦਾ, ਸੁੰਨ ਮੰਡਲ ਦਾ ਖੇਲ ਚੱਲਦਾ। ਇੱਥੋਂ ਫਿਰ ਉਹਨਾਂ ਨੇ ਸ਼ੁਰੂ ਕੀਤਾ। ਇੱਥੋਂ ਫਿਰ ਸ਼ੁਰੂ ਕਰਨ 'ਤੇ ਕਿਉਂਕਿ ਜਿਵੇਂ ਅੱਜ ਵੀ ਆਪਾਂ ਜਦੋਂ ਇਹ ਭੇਤ ਦੱਸਦੇ ਹਾਂ ਵੀ ਨਾਮ ਜਪੀਏ, ਧਿਆਨ ਦੇ ਵਿੱਚ ਤੁਸੀਂ ਖੇਲ ਪੈਦਾ ਕਰਨਾ ਹੈ,
ਧਿਆਨ ਦੇ ਵਿੱਚ ਤੁਸੀਂ ਪਰਮਾਤਮਾ ਦੇ ਨਾਲ ਜਾ ਕੇ ਤੁਸੀਂ ਇੱਕ ਚਿੱਤ ਹੋਣਾ ਹੈ। ਪਰਮਾਤਮਾ ਦੇ ਜੋ ਦਰਸ਼ਨ ਆ ਉਹ ਵੀ ਇੱਕ ਸੁਰਤੀ ਰੂਪ ਵਿੱਚ ਮਿਲਦੇ ਆ, ਉਹ ਮਨ ਨੇ ਕਰਨੇ ਆ। ਉਹ ਇਹਨਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੇ ਨਹੀਂ, ਮਨ ਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੇ ਕਰਨੇ ਆ। ਇਹਨਾਂ ਅੱਖਾਂ ਤੋਂ, ਇਹਨਾਂ ਕੰਨਾਂ ਤੋਂ, ਇਹਨਾਂ ਮੁੱਖ ਤੋਂ ਬਾਅਦ ਤੁਸੀਂ ਉੱਪਰ ਜਾ ਕੇ ਧਿਆਨ ਦੇ ਵਿੱਚ ਉਹ ਖੇਲ ਖੇਲਣਾ। ਅਤੇ ਅੱਜ ਵੀ ਜਿਹੜੇ ਜੀਵ ਨੇ ਉਹ ਉਹੀ ਸਤੋ ਗੁਣ ਦੀ ਜੋ ਜੁਗਾ ਜੁਗੰਤਰਾਂ ਤੋਂ ਭਗਤੀ ਚੱਲੀ ਆ ਰਹੀ ਹੈ, ਜਿਨ੍ਹਾਂ ਨੇ ਉਹਨੂੰ ਦ੍ਰਿੜ ਕਰ ਲਿਆ, ਉਹ ਇਸ ਚੀਜ਼ ਨੂੰ ਛੇਤੀ ਕਰਕੇ ਮੰਨਦੇ ਨਹੀਂ। ਅਤੇ ਜੇ ਉਹ ਅਭਿਆਸ ਕਰਦੇ ਨੇ, ਕਿਉਂਕਿ ਕਾਲ ਨੇ ਆਪਦੀ ਭਗਤੀ 'ਚ ਲਾਇਆ, ਛੇਤੀ ਕਰਕੇ ਮਨ ਟਿਕਦਾ ਨਹੀਂ। ਪਰ ਜੋ ਨਵਾਂ ਜੀਵ ਹੈ, ਜੋ ਸਿੱਧਾ ਸ਼ੁਰੂਆਤ ਵਿੱਚ ਇਸ ਨਾਲ ਜੁੜਨਾ ਚਾਹੁੰਦਾ ਹੈ, ਉਹ ਜੀਵ ਛੇਤੀ ਕਬਰ ਕਰ ਜਾਂਦਾ ਹੈ। ਖੇਲ ਸੁਰਤ ਦਾ। ਫਿਰ ਉਹਨਾਂ ਨੇ ਦੇਖਿਆ ਕਿ ਸਿੱਧਾ ਤਾਂ ਇਹ ਸਹਿਜ ਦੇ ਵਿੱਚ ਬੈਠ ਨਹੀਂ ਸਕਦੇ, ਵਿਚਾਰ ਬਹੁਤ ਹੋ ਚੁੱਕੇ ਨੇ, ਪੰਜਾਂ ਦਾ ਸੰਗ ਕਰ ਕਰਕੇ ਮਨ ਜਿਹੜਾ ਗੰਧਲਾ ਹੋ ਚੁੱਕਿਆ ਹੈ, ਆਪਦੇ ਬੰਨਣ ਬਹੁਤ ਹੋ ਗਏ ਨੇ। ਫਿਰ ਉਹਨਾਂ ਨੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਦਿੱਤਾ, ਅਕਾਲ ਪੁਰਖ ਦਾ ਨਾਮ ਦੱਸਿਆ। ਜਿਵੇਂ ਕਿ ਅਸੀਂ ਰਾਮ ਨਾਮ, ਵਾਹਿਗੁਰੂ, ਅੱਲਾ, ਹਰੀ, ਰਾਧੇ, ਕ੍ਰਿਸ਼ਨ, ਮੁਰਾਰੀ ਪਹਿਲੋਂ ਵੀ ਜਪਦੇ ਸੀ, ਪਰ ਉਹਨਾਂ ਨੇ ਫਿਰ ਚੌਥੇ ਪਦ ਦੇ ਉੱਪਰ ਧਿਆਨ ਲਵਾ ਕੇ ਸਾਨੂੰ ਗੁਰਮੰਤਰ ਦਾ ਜਾਪ ਕਰਵਾਇਆ। ਪਹਿਲੋਂ ਭੇਤ ਦਿੱਤਾ ਵੀ ਤੁਸੀਂ ਕਿਹੜੀ ਸੁਣ, ਕਿਹੜੇ ਸੱਚ ਤੋਂ, ਇੱਥੋਂ ਕਿਸ ਉਸ ਦਰ ਦਾ ਭੇਤ ਦਿੱਤਾ ਵੀ ਇੱਥੋਂ ਮਾਲਕ ਪ੍ਰਗਟ ਹੋਣਾ। ਆਹ ਜਿਹੜਾ ਖਾਲੀ ਦਾ ਸੱਚ ਦਾ ਸੁਣ ਦਾ ਭੇਤ ਦਿੱਤਾ, ਇੱਥੋਂ ਮਾਲਕ ਪ੍ਰਗਟ ਹੋਣਾ। ਉਹ ਚੌਥੇ ਪਦ ਦਾ ਭੇਤ ਦੇ ਕੇ ਉੱਥੇ ਦੱਸਿਆ ਫਿਰ ਵੀ ਹੁਣ ਇੱਥੇ ਧਿਆਨ ਧਰ ਕੇ ਅਤੇ ਆਪ ਦੀ ਆਵਾਜ਼ ਨੂੰ ਸੁਣਦਿਆਂ ਅਤੇ ਆਹ ਸੁਣ ਦੇ ਵਿੱਚ ਸੱਚ ਦੇ ਵਿੱਚ ਧਿਆਨ ਧਰ ਕੇ ਤੁਸੀਂ ਸ਼ਬਦ ਦਾ ਅਭਿਆਸ ਕਰੋ ਅਤੇ ਆਵਾਜ਼ਾਂ ਦਿਓ। ਹੁਣ ਉਹ ਪ੍ਰਕਾਸ਼ ਰੂਪ ਮਾਲਕ ਜਿਹੜਾ ਕਿਸੇ ਵੀ ਰੰਗ ਵਿੱਚ ਪ੍ਰਕਾਸ਼ ਨਹੀਂ, ਰੰਗਾਂ ਤੋਂ ਰਹਿਤ ਪ੍ਰਕਾਸ਼ ਹੈ। ਫਿਰ ਉਦੋਂ ਜਦੋਂ ਅਸੀਂ ਜਾਪ ਸ਼ੁਰੂ ਕੀਤਾ ਅਤੇ ਫਿਰ ਉੱਥੋਂ ਸਾਨੂੰ ਜਿਹੜਾ ਖੇਲ ਪ੍ਰਗਟ ਹੋਇਆ। ਆਓ ਫਿਰ ਆਪਾਂ ਥੋੜ੍ਹਾ ਜਿਹਾ ਅਭਿਆਸ ਕਰਕੇ ਅਗਲੀ ਗੱਲ ਚਲਾਉਂਦੇ। ਕਰੋ ਸ਼ੁਰੂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਚਾਓ ਦੇ ਵਿੱਚ ਜਪਣਾ ਹੁੰਦਾ ਹੈ। ਜਿੰਨਾ ਚਾਓ ਦੇ ਵਿੱਚ ਸ਼ਬਦ ਨੂੰ ਜਪਾਂਗੇ ਓਨੀ ਕਿਰਪਾ ਹੁੰਦੀ ਹੈ। ਜੇ ਆਲਸ ਕਰੋਗੇ, ਜੇ ਸ਼ਬਦ ਦੇ ਨਾਲ ਪਿਆਰ ਨਾ ਪਾਓਗੇ, ਫਿਰ ਕਿਰਪਾ ਰੁਕਦੀ ਹੈ। ਸੋ ਇਸੇ ਤਰੀਕੇ ਉਹਨਾਂ ਸਾਨੂੰ ਫਿਰ ਦੱਸਿਆ ਜਦੋਂ ਕਿ ਇਸ ਸਰੀਰ ਦੇ ਕਰਮ ਕਾਂਡ ਦੀ, ਇਸ ਸਰੀਰ ਕਰਕੇ ਕੋਈ ਪੁੰਨ ਦਾਨ ਕਰਨ ਦੀ, ਇਸ ਸਰੀਰ ਕਰਕੇ ਕੋਈ ਖੜ ਕੇ ਦੇਹੀ ਨੂੰ ਸਾਧਣ ਦੀ ਹੁਣ ਤੁਹਾਨੂੰ ਲੋੜ ਨਹੀਂ। ਹੁਣ ਤੁਸੀਂ ਸ਼ਬਦ ਅਤੇ ਸੱਚ ਦੇ ਵਿੱਚ ਜਾ ਕੇ ਮਿਲਾਪ ਕਰੋ, ਸੁਰਤੀ ਦਾ ਖੇਲ ਚਲਾਓ। ਉਹਨਾਂ ਨੇ ਫਿਰ ਸਾਨੂੰ ਦੱਸ ਦਿੱਤਾ ਕਿ ਜੇਕਰ ਤੁਸੀਂ ਸੁਰਤ ਰੂਪ ਦੇ ਵਿੱਚ ਜਾ ਕੇ ਨਾਮ ਨੂੰ ਪ੍ਰਾਪਤੀ ਕਰ ਲੈਂਦੇ ਹੋ, ਉਸ ਨਾਮ ਨੂੰ ਜਿੰਦੇ ਵਿੱਚੋਂ ਸਾਰੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਗਲ ਆਕਾਰ, ਉਸੇ ਨਾਮ ਦੇ ਵਿੱਚੋਂ ਹੀ ਖੰਡ ਬ੍ਰਹਿਮੰਡ 84 ਲੱਖ ਜੂਨ, ਤੀਰਥ ਬਰਤ ਸਭ ਜਿੰਨਾ ਵੀ ਪਸਾਰਾ ਹੈ, ਜੇਤਾ ਕੀਤਾ ਤੇਤਾ ਨਾਉ। ਉਹ ਨਾਮ ਕੀ ਹੈ? ਉਹ ਇੱਕ ਧੁਨਾਤਮਕ ਹੈ, ਇੱਕ ਊਰਜਾ ਹੈ। ਉਹਨੂੰ ਜੇ ਤੁਸੀਂ ਪ੍ਰਾਪਤ ਕਰ ਲੈਂਦੇ ਜੇ ਤਾਂ ਇਹ 68 ਤੀਰਥਾਂ ਦਾ ਫਲ ਤੁਹਾਨੂੰ ਸਹਿ ਸਵਾਏ ਅੰਤਰਗਤ ਬੈਠੇ ਹੀ ਮਿਲ ਜਾਣਾ। ਕਿੱਥੇ ਤਾਂ ਦੁਨਿਆਵੀ ਲੋਕ 68 ਤੀਰਥਾਂ 'ਤੇ ਜਾਂਦੇ ਸੀ, ਪਰ ਉਹ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਨਾਮ ਦੇ ਵਿੱਚ ਸਮਾ ਕੇ ਉੱਥੋਂ ਅੰਮ੍ਰਿਤ ਰਸ ਲੈਣ ਲੱਗ ਗਏ, ਉੱਥੇ ਸਮਾਧੀ ਲੱਗ ਗਈ, ਅਤੇ 68 ਤੀਰਥ ਚੱਲ ਕੇ ਤੁਹਾਡੇ ਕੋਲ ਆ ਜਾਣ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਣ, ਸਾਰੇ ਪੁੰਨ ਅਤੇ ਸਾਰੇ 68 ਤੀਰਥ ਤੁਹਾਡੇ ਕੋਲ ਆ ਜਾਣੇ।
ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਜਿਹੜਾ ਸੁਰਤ ਦੀ ਭਗਤੀ ਦੇ ਕੇ ਉਹਦਾ ਫਿਰ ਮਿਹਨਤ ਕਰਾਉਣੀ ਸਾਨੂੰ ਸ਼ੁਰੂ ਕੀਤੀ। ਤੇ ਮਹਾਰਾਜ ਨੇ ਫਿਰ ਜਦੋਂ ਇਹ ਸਾਨੂੰ ਭੇਤ ਦੱਸਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਸਾਨੂੰ ਤਰੀਕਾ ਦੱਸਿਆ, ਉਹਦੀ ਧੁਨ ਦੇ ਵਿੱਚ ਧਿਆਨ ਧਰ ਕੇ ਫਿਰ ਅੱਗੋਂ ਦੱਸਦੇ ਆ, ਰੂਪ ਨਾ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਵੀ ਜਿਸ ਅਨਾਹਦ ਨੂੰ ਤੁਸੀਂ ਸ਼ਬਦ ਨੂੰ ਸੁਣਨਾ ਹੈ ਉਹਦਾ ਕੋਈ ਰੂਪ ਰੇਖ ਨਹੀਂ ਹੈਗਾ। ਵੀ ਜਿਵੇਂ ਕਈ ਜੀਵ ਕਹਿ ਦਿੰਦੇ ਵੀ ਸਾਨੂੰ ਵਾਹਿਗੁਰੂ ਸਤਨਾਮ ਰਾਮ ਲਿਖਿਆ ਵੇਖਦਾ ਹੈ, ਲਾਲ ਨੀਲੇ ਪੀਲੇ ਚਿੱਟੇ ਰੰਗ ਦੇਖਦੇ ਆ। ਉਹ ਕਹਿੰਦੇ ਰੂਪ ਨਾ ਰੇਖ, ਨਾ ਉਹ ਇਨਸਾਨ ਹੈ ਨਾ ਉਹਦਾ ਕੋਈ ਰੰਗ ਹੈ, ਅਨਾਹਦ ਰੂਪ ਦੇ ਵਿੱਚ ਤੁਹਾਡੇ ਅੰਦਰ ਸ਼ਬਦ ਚੱਲਦਾ ਪਿਆ। ਤੇ ਉਹ ਕਿੱਥੇ ਚੱਲਦਾ? ਕਹਿੰਦੇ ਪੌਣ ਪਾਣੀ ਅਗਣੀ ਬਿਸਰਾਓ ਤਹੀਂ ਨਿਰੰਜਨ ਸਾਚਾ ਨਾਮ। ਉੱਥੇ ਪੌਣ ਪਾਣੀ ਬਸੰਤਰ ਦਾ ਇਹ ਦਾਇਰਾ ਨਹੀਂ, ਆ ਸੁਣ ਖਾਲੀ ਸੁਖਨ ਦੇ ਵਿੱਚ ਤੁਹਾਡੇ ਉੱਤੇ ਚੱਲਦਾ ਪਿਆ। ਉਸ ਤੋਂ ਬਾਅਦ ਜਦੋਂ ਫਿਰ ਗੁਰਮੁਖਾਂ ਨੇ ਸ਼ਬਦ ਦਾ ਅਭਿਆਸ ਕਰਕੇ ਅੰਤਰਗਤ ਵਿਚਾਰਾਂ ਤੋਂ ਰਹਿਤ ਹੋ ਕੇ ਜਦੋਂ ਸੁਣ ਦੇ ਵਿੱਚ ਸਮਾਧੀ ਲਾਈ, ਚੌਥੇ ਪਦ ਵਿੱਚ ਧਿਆਨ ਲੱਗਾ। ਚੌਥੀ ਸੁਣ ਦੇ ਵਿੱਚ ਧਿਆਨ ਧਰ ਕੇ ਜਦੋਂ ਅਭਿਆਸ ਕਰਨ ਲੱਗੇ ਸੰਗਤ ਕਰਕੇ ਵਾਰ-ਵਾਰ ਇਸ ਤਰੀਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਵੇਕਲਾ ਰਸਤਾ ਦੱਸਿਆ, ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਚਾਹੇ ਬੋਧੀ, ਉਹਨਾਂ ਨੇ ਕਿਹਾ ਕੋਈ ਵੀ, ਕਿਉਂਕਿ ਇਹ ਤਾਂ ਤੁਸੀਂ ਦੁਨਿਆਵੀ ਸਤੋ ਗੁਣ ਦੇ ਵਿੱਚ ਇੰਨੀ ਦੁਬਿਧਾ, ਇੰਨਾ ਹੰਕਾਰ ਨੂੰ ਦ੍ਰਿੜ ਕਰ ਲਿਆ ਕਿ ਆਪ ਦੇ ਆਪੋ ਆਪਣੀ ਮਰਜ਼ੀ ਦੇ ਨਾਲ ਧਰਮ ਮਜ਼ਹਬ ਜਾਤਾਂ ਬਣਾ ਲਈਆਂ ਨੇ। ਅਸਲ ਤਾਂ ਤੁਸੀਂ ਧਰਮੀ ਬਣੇ ਹੀ ਨਹੀਂ। ਤੇ ਕੋਈ ਵੀ ਕਹਿੰਦੇ ਆ ਜਾਏ ਤੇ ਜੋ ਇਸ ਤਰੀਕੇ ਕਰੇਗਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਸੋ ਉਧਰੈ, ਕੱਲ ਮੈਂ ਘਟ ਘਟ ਨਾਨਕ ਮਾਂਝਾ। ਚਾਰੇ ਵਰਨਾ ਚੋਂ ਕਹਿੰਦੇ ਕੋਈ ਮਰਜ਼ੀ ਆ ਜਾਏ, ਜੋ ਇਸ ਤਰੀਕੇ ਦੇ ਨਾਲ ਨਾਮ ਜਪ ਕੇ ਕਰੇਗਾ, ਅੰਦਰੋਂ ਮਿਹਨਤ ਕਰੇਗਾ, ਮਸ਼ੱਕਤ ਕਰੇਗਾ, ਉਹਨੂੰ ਪ੍ਰਾਪਤੀ ਹੋ ਜਾਏਗੀ, ਉਹਦਾ ਉਧਾਰ ਹੋ ਜਾਏਗਾ। ਇਹਦੇ ਵਿੱਚ ਤਨ ਦਾ ਕੋਈ ਰੋਲ ਨਹੀਂ ਹੈਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜਦੋਂ ਸਾਨੂੰ ਦੱਸਿਆ, ਸੁਰਤ ਸ਼ਬਦ ਭਵ ਸਾਗਰ ਤਰੀਐ, ਵੀ ਭਵ ਸਾਗਰ ਦੇ ਵਿੱਚ ਤੁਸੀਂ ਫਸੇ ਹੋਏ ਹੋ ਤੇ ਉਹ ਤੁਹਾਡੇ ਅੰਤਰਗਤ ਵਿਚਾਰਾਂ ਦਾ ਹੈ। ਵਿਚਾਰ ਤੁਹਾਨੂੰ ਅੰਦਰੋਂ ਆਉਂਦੇ ਪਏ, ਔਰ ਇਹ ਦੇਖੋ ਤੁਹਾਨੂੰ ਵਿਚਾਰ ਕੌਣ ਦਿੰਦੇ ਪਏ। ਤੇ ਜਦੋਂ ਫਿਰ ਸਹਿਜ ਦੇ ਵਿੱਚ ਬੈਠੇ, ਉੱਥੇ ਵੇਖਿਆ ਵੀ ਵਿਚਾਰ ਤਾਂ ਆਪਾਂ ਲੈਂਦੇ ਹੀ ਨਹੀਂ ਪਏ, ਜਿਹੜੇ ਅਸੀਂ ਕਹਿੰਦੇ ਸਾਡੇ ਵਿਚਾਰ ਮਾੜੇ ਨੇ, ਸਾਡਾ ਮਨ ਮਾੜਾ ਹੈ, ਵਿਚਾਰ ਤਾਂ ਸਾਨੂੰ ਕੋਈ ਦੂਜਾ ਦੇ ਰਿਹਾ। ਉਹ ਤੇ ਪੰਜਾਂ ਦੀ ਪਛਾਣ ਫਿਰ ਕਰਵਾਈ, ਪੰਜਾਂ ਦੀ ਪਛਾਣ ਹੋ ਗਈ ਕਿ ਸਾਨੂੰ ਵਿਚਾਰ ਤਾਂ ਕੋਈ ਦੂਜੀ ਪਾਰਟੀ ਦੇ ਰਹੀ ਹੈ। ਉਹ ਕੌਣ ਦੇ ਰਿਹਾ? ਕੋਈ ਕਾਮ ਦੇ ਰਿਹਾ, ਕ੍ਰੋਧ ਦੇ ਰਿਹਾ, ਲੋਭ ਦੇ ਰਿਹਾ, ਹੰਕਾਰ ਦੇ ਰਿਹਾ, ਕੋਈ ਈਰਖਾ ਦੇ ਰਿਹਾ, ਕੋਈ ਦੁਆਇਤ ਦੇ ਰਿਹਾ। ਫਿਰ ਉਹਨਾਂ ਤੁਹਾਨੂੰ ਦੱਸਿਆ ਵੀ ਆਹ ਦੇਖੋ, ਆਹ ਸੱਜੇ ਤੁਹਾਡੇ ਅਸਲੀ ਦੁਸ਼ਮਣ। ਚਾਰ ਯੁੱਗ ਹੋ ਗਏ, ਇਹਨਾਂ ਨੇ ਆਪ ਦਾ ਤੁਹਾਨੂੰ ਭੇਤ ਨਹੀਂ ਹੋਣ ਦਿੱਤਾ ਤੇ ਇਹਨਾਂ ਨੇ ਐਸੇ ਤੁਹਾਨੂੰ ਵਿਚਾਰ ਦੱਸੇ, ਐਸਾ ਜਾਲ ਤੁਹਾਡੇ ਤੇ ਪਾਇਆ, ਤੁਹਾਨੂੰ ਆਪਸ ਦੇ ਵਿੱਚ ਉਲਝਾ ਕੇ ਰੱਖ ਦਿੱਤਾ। ਤੇ ਹੁਣ ਦੇਖੋ ਸ਼ਬਦ ਦਾ ਅਭਿਆਸ ਕਰਾ ਕੇ ਵੀ ਕਿੰਨੀਆਂ ਜੂਨਾਂ ਵਿੱਚੋਂ ਤੁਸੀਂ ਹੋ ਕੇ ਆਏ ਹੋ। ਇਹਨਾਂ ਨੂੰ ਬੁੱਝਿਆ ਨਹੀਂ, ਆਪਸ 'ਚ ਤੁਸੀਂ ਲੜੀ ਗਏ ਹੋ, ਇੱਕ ਦੂਜੇ ਨਾਲ ਦੁਸ਼ਮਣੀਆਂ ਦੁਵੈਤ ਖੜੇ ਕਰਕੇ, ਤੇ ਦੇਖੋ ਤੁਹਾਡਾ ਨੁਕਸਾਨ ਕਿੰਨਾ ਹੋਇਆ। ਫਿਰ ਉੱਥੇ ਜਦੋਂ ਦੇਖਿਆ, ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਪਤਾ ਨਹੀਂ ਕਿੰਨੇ ਕਿੰਨੇ ਜੂਨਾਂ 'ਚੋਂ ਆਏ ਆ। ਕਿਉਂ ਆਏ? ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਤਰੋ, ਇਆਹੂ ਜੁਗਤ ਬਿਹਾਨੇ, ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ। ਪਤਾ ਨਹੀਂ ਕਿੰਨੇ ਕੁ ਧਰਮੀ ਬਣੇ ਆ, ਕਿੰਨੀਆਂ ਕੁ ਜਾਤਾਂ ਮਜ਼ਹਬ ਹੋ ਖਤਮ ਹੋ ਗਏ ਨੇ। ਪਤਾ ਨਹੀਂ ਕਿੰਨੇ ਕੁ ਯੁਗਾਂ ਦੇ ਫਿਰਤ ਬਹੁਤੇ ਯੁੱਗ ਹਾਰਿਓ। ਇੱਕ ਯੁੱਗ ਦੀ ਉਮਰ ਹਜ਼ਾਰਾਂ ਸਾਲ ਹੈ ਤੇ ਮਹਾਰਾਜ ਕਹਿੰਦੇ ਯੁਗਾਂ ਜੁਗੰਤਰਾਂ ਤੋਂ ਹੋ ਗਿਆ, ਸੁਰਤੀ ਮਲੀਨ ਹੋਈ ਪਈ, ਇਹ ਸਾਧੂ ਨਹੀਂ ਪੂਰਨ ਮਿਲੇ। ਤੇ ਜਾ ਕੇ ਇਹਨਾਂ ਫਿਰ ਵੇਖਿਆ ਵੀ ਬੜੇ ਤਾਂ ਬਈ ਜੀ ਸਤਿਆਨਾਸ਼ ਕਰ ਦਿੱਤਾ ਸਾਡਾ ਇਹਨਾਂ ਪੰਜਾਂ ਨੇ। ਇਹ ਫਿਰ ਪੰਜਾਂ ਦਾ ਭੇਤ ਹੀ ਉਦੋਂ ਆਉਂਦਾ ਹੈ ਜਦੋਂ ਸੁੰਨ 'ਚ ਬੈਠੀਏ। ਫਿਰ ਜਦੋਂ ਉਹਨਾਂ ਨੇ ਸੁੰਨ ਦੀ ਪਛਾਣ ਹੋਈ, ਉਸ ਤੋਂ ਬਾਅਦ ਪੰਜਾਂ ਦਾ ਭੇਤ ਲੈ ਕੇ ਤੇ ਉਹਨਾਂ ਨੇ ਆਪਦੀਆਂ ਜੂਨੀਆਂ ਵੇਖੀਆਂ ਤੇ ਡਰ ਗਏ। ਤੇ ਮਹਾਰਾਜ ਫਿਰ ਜੋਦੜੀਆਂ ਕਰਨ ਲੱਗੇ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਦਇਆ ਕਰੋ ਜੀ ਸਾਡੇ ਕੀੜੇ ਕਿਰਮਿਆਂ ਉੱਤੇ, ਕੀੜਿਆਂ ਕਿਰਮਾਂ ਦੀਆਂ ਜੂਨਾਂ ਭੋਗ ਕੇ ਆਏ ਆ, ਬਿਸ਼ਟਾਂ ਦੀਆਂ ਜੂਨਾਂ ਭੋਗ ਕੇ ਆਏ, ਦਇਆ ਕਰੋ ਨਾਮ ਪ੍ਰਗਾਸ ਕਰੋ ਜੀ ਸਾਡੇ ਤਾਂ, ਅਸੀਂ ਤਾਂ ਨਾਮ ਤੋਂ ਟੁੱਟ ਗਏ। ਤੇ ਫਿਰ ਮਹਾਰਾਜ ਨੇ ਕਿਹਾ ਵੀ ਉਹ ਤਰਸ ਕਰਦਾ ਹੈ ਜਿਹੜੀ ਸੁਰਤੀ ਨਾਮ ਤੋਂ ਟੁੱਟੀ ਆ। ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਫਿਰ ਉਹ ਜਦੋਂ ਸਵਾਸਾਂ ਦੀ ਖੇਪ ਜਮ੍ਹਾਂ ਕਰਵਾਈ, ਕਿਉਂਕਿ ਉੱਥੇ ਫਿਰ ਇੱਕ ਹੀ ਢੰਗ ਹੈ ਜੇ ਅਸੀਂ ਨਾਮ ਦੀ ਪ੍ਰਾਪਤੀ ਚਾਹੁੰਦੇ ਹਾਂ, ਵਿਚਾਰਾਂ ਤੋਂ ਉੱਪਰ ਉੱਠ ਕੇ ਤੇ ਸਵਾਸਾਂ ਦਾ ਧਨ ਜਮ੍ਹਾਂ ਕਰਾਓ। ਕਿਉਂਕਿ ਸਾਡੇ ਕੋਲ ਸਵਾਸਾਂ ਦਾ ਧਨ ਹੈ, ਸਵਾਸਾਂ ਦੀ ਪੂੰਜੀ ਹੈ। ਜਿਵੇਂ ਦੁਨਿਆਵੀ ਤੌਰ 'ਤੇ ਕੋਈ ਲੈਣਾ ਉਹਦੇ ਬਰਾਬਰ ਦੀ ਪੂੰਜੀ ਦੇਣੀ ਪੈਂਦੀ ਆ, ਇਸ ਤਰੀਕੇ ਜੇ ਨਾਮ ਦਰਗਾਹ 'ਚੋਂ ਲੈਣਾ ਤੇ ਦਰਗਾਹ ਵਿੱਚ ਸਵਾਸਾਂ ਦੀ ਪੂੰਜੀ ਦੇਣੀ ਪੈਂਦੀ ਆ। ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਲਾਹਾ ਦਿਹਾੜੀ ਦਾ ਮਿਲੇਗਾ ਜਦੋਂ ਫਿਰ ਸਵਾਸਾਂ ਦੀ ਪੂੰਜੀ
ਫਿਰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸਵਾਸ ਗਰਾਸ, ਸਵਾਸ ਹੁੰਦਾ ਅੰਦਰ ਸਾਹ ਜਾਣਾ, ਗਰਾਸ ਹੁੰਦਾ ਜਦੋਂ ਸਵਾਸ ਦੇਹੀ ਲੈ ਲੈਂਦੀ ਏ, ਲੈ ਕੇ ਤੇ ਉਹਨੂੰ ਖਾਰਜ ਕਰਦੀ ਏ ਫਿਰ ਬਾਹਰ ਨੂੰ। ਕਈ ਕਹਿੰਦੇ ਜੀ ਬੁਰਕੀ ਖਾ ਕੇ ਰੋਟੀ ਦੀ ਉਹਨੂੰ ਗਰਾਸ ਕਹਿੰਦੇ ਆ, ਨਹੀਂ। ਸਵਾਸ ਅੰਦਰ ਜਾਣਾ ਉਹ ਸਾਸ ਏ, ਤੇ ਜਦੋਂ ਦੇਹੀ ਉਸ ਸਵਾਸ ਨੂੰ ਖਰਚ ਕੇ ਖਾ ਕੇ ਉਹਨੂੰ ਬਾਹਰ ਕੱਢਦੀ ਉਹਨੂੰ ਕਹਿੰਦੇ ਗਰਾਸ। ਤੇ ਸਵਾਸ ਗਰਾਸ ਜਦੋਂ ਜਿੰਨਾ ਸਵਾਸ ਗਰਾਸ ਨਾ ਵਿਸਰੇ, ਹਰਨਾਮਾ ਮਨਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਫਿਰ ਉਹਨਾਂ ਅਭਿਆਸ ਜਦੋਂ ਕੀਤਾ, ਸਵਾਸਾਂ ਦੀ ਪੂੰਜੀ ਜਮ੍ਹਾਂ ਕਰਾਉਂਦੇ, ਮਹਾਰਾਜ ਫਿਰ ਸੁਣ ਵਿੱਚ ਬੈਠੇ, ਚੌਥੇ ਪਦ ਵਿੱਚ ਬੈਠੇ ਬੱਚਿਆਂ ਦਾ ਵਿਰਾਗ ਦੇਖ ਕੇ ਉਹਨਾਂ ਫਿਰ ਅੰਦਰੋਂ ਨਾਮ ਪ੍ਰਗਟ ਕਰਦੇ ਆ। ਨਾਮ ਨੂੰ ਜਦੋਂ ਪ੍ਰਗਟ ਕੀਤਾ ਜਾਂਦਾ ਹੈ ਤੇ ਉੱਥੇ ਫਿਰ ਸਾਡੇ ਮਨ ਦੀ ਸੁਣੀ ਜਾਂਦੀ ਹੈ। ਤੇ ਫਿਰ ਨਾਮ ਨੂੰ ਜਦੋਂ ਪ੍ਰਗਟ ਹੁੰਦਾ ਹੈ, ਨਾਮ ਨੂੰ ਫਿਰ ਸੁਣਨ 'ਤੇ ਅੰਦਰ ਇੱਕ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ। ਤੇ ਜੀਵ ਫਿਰ ਜਦੋਂ ਉਸ ਨਾਮ ਦੀ ਧੁਨ ਨੂੰ ਸੁਣ ਕੇ ਮਦਮਸਤ ਹੋ ਕੇ ਹੋਰ ਅਭਿਆਸ ਕਰਦਾ, ਚਾਓ ਦੇ ਵਿੱਚ ਆ ਕੇ ਮਹਾਰਾਜ ਦੇ ਗੁਣ ਗਾਉਂਦਾ, ਉਹਦੇ ਨਾਲ ਹੀ ਫਿਰ ਗੁਪਤੀ ਬਾਣੀ ਵੀ ਪ੍ਰਗਟ ਹੋ ਜਾਂਦੀ, ਅਨਹਦ ਬਾਣੀ। ਉਹਨਾਂ ਦੇ ਵਿੱਚੋਂ, ਉਸ ਨਾਮ ਦੇ ਵਿੱਚੋਂ, ਗੁਪਤੀ ਬਾਣੀ ਦੇ ਵਿੱਚੋਂ ਸਾਡੇ ਮਨ ਦੀ ਖੁਰਾਕ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿੱਥੋਂ ਫਿਰ ਸਾਡੇ ਬੰਨਣ ਇਹ ਕਾਮ ਕ੍ਰੋਧ ਮੋਹ ਹੰਕਾਰ ਦੇ ਕੱਟਣੇ ਸ਼ੁਰੂ ਹੁੰਦੇ ਆ, ਜਿਹਨੂੰ ਕਿ ਗੁਰਬਾਣੀ ਵਿੱਚ ਅੰਮ੍ਰਿਤ ਰਸ ਦਾ ਨਾਮ ਦਿੱਤਾ। ਅੰਤਰ ਖੂੰਟਾ ਅੰਮ੍ਰਿਤ ਭਰਿਆ, ਸਭ ਦੇ ਕਾਢ ਪੀਏ ਪਨਿਹਾਰੀ। ਅੰਦਰ ਅੰਮ੍ਰਿਤ ਰਸ ਦਾ ਖੂਹ ਭਰਿਆ। ਫਿਰ ਉਹ ਗੁਰਮੁਖ ਜਦੋਂ ਪੀ ਪੀ ਕੇ ਉਸ ਅੰਮ੍ਰਿਤ ਨੂੰ, ਨਾਮ ਨੂੰ ਸੁਣ ਕੇ ਮਨ ਦੀ ਮੈਲ ਲਾਉਂਦੇ ਆ, ਤੇ ਫਿਰ ਸਾਡੀ ਸੋਚ, ਸਾਡੀ ਮਨ ਜਦੋਂ ਪਵਿੱਤਰ ਹੋ ਕੇ ਇੰਨਾ ਨਿਰਮਲ ਹੋ ਜਾਂਦਾ ਕਿ ਸੱਚ ਦੇ ਦਰਬਾਰ ਵਿੱਚ ਜਾਣ ਜੋਗਾ ਹੋ ਜਾਂਦਾ। ਤੇ ਫਿਰ ਉੱਥੇ ਬੇਨਤੀਆਂ ਕਰਦੇ ਆ, ਹੁਣ ਕਰੀ ਪਾਕ ਸਾਲ ਸੋਚ ਪਵਿੱਤਰਾ, ਲਾਓ ਭੋਗ ਹਰ ਰਾਏ। ਪਾਕਸਾਰ ਸੋਚ ਪਵਿੱਤਰ ਹੋ ਜਾਂਦੀ ਹੈ। ਤੇ ਫਿਰ ਉਦੋਂ ਸੱਚੇ ਪਾਤਸ਼ਾਹ ਸਾਨੂੰ ਸਾਡੀ ਤੜਫ ਨੂੰ ਦੇਖ ਕੇ ਸਾਨੂੰ ਫਿਰ ਦਰਸ਼ਨ ਸਹਿ ਸੁਭਾਏ ਉਸ ਮਨ ਦੇ ਨੇਤਰਾਂ ਦੇਖਦੇ ਆ। ਉਹ ਫਿਰ ਮਨ ਜਦੋਂ ਨੇਤਰਾ ਦਰਸ਼ਨਾਂ ਦੇ ਵਿੱਚ ਜਾਂਦਾ ਹੈ ਤੇ ਫਿਰ ਕਹਿੰਦੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਰੁਕ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋਂ, ਅਰਸਾਂ ਦਾ ਪਰਸਾਂ ਦਾ ਹਜ਼ਾਰਾਂ ਹੀ ਕਹਿੰਦੇ ਅਸਮਾਨਾਂ ਦੇ ਵਿੱਚੋਂ ਜਿਵੇਂ ਨੂਰ ਆਉਂਦਾ ਹੋਵੇ, ਇਸ ਤਰੀਕੇ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਫਿਰ ਉਹ ਸ਼ਾਹਾਂ ਦਾ ਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਸਾਰਿਆਂ ਦੇ ਸਿਰ ਦੇ ਉੱਪਰ ਜਿਹੜਾ ਬੈਠਾ ਹੋਇਆ, ਉਹ ਫਿਰ ਆਪ ਦੀ ਸੇਜ 'ਤੇ ਬਿਠਾਉਂਦਾ ਹੈ। ਉਹ ਮਨ ਦੇ ਜਨਮ ਮਰਨ ਦੇ ਦੁੱਖ ਰੋਗ ਕੱਟਦਾ ਹੈ। ਉਹ ਧਰਮਰਾਜ ਤੋਂ ਫਿਰ ਸਾਡਾ ਲੇਖਾ ਲੈ ਕੇ ਧਰਮਰਾਜ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਾ। ਉਹ ਫਿਰ ਸਾਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ, ਇਹਨਾਂ ਬੰਦਰਾਂ ਤੋਂ ਉੱਪਰ ਉਠਾ ਕੇ ਤੇ ਫਿਰ ਸਾਨੂੰ ਕਹਿੰਦੇ ਆ ਮਾਨਸ ਕੀ ਇੱਕ ਹੈ ਜਾਤ ਸਭ ਹੈ ਪਹਿਚਾਨ। ਉਹ ਫਿਰ ਸਾਨੂੰ ਜਾਤ ਦੱਸਦਾ ਹੈ, ਉਹ ਸਾਨੂੰ ਧਰਮ ਦੱਸਦਾ ਹੈ ਤੇ ਸਾਨੂੰ ਫਿਰ ਮਾਨਸ ਬਣਾਉਂਦਾ ਹੈ। ਫਿਰ ਐਸੇ ਜਿਹੜੇ ਮੁਕਤ ਹੋਏ ਜੀਵ ਨੇ, ਜਿਨ੍ਹਾਂ ਨੇ ਮੰਨ ਕੇ ਆਪ ਤਰੇ ਆ, ਕਹਿੰਦੇ ਮੰਨੇ ਤਰੈ ਤਾਰੇ ਗੁਰ ਸਿੱਖ, ਮੰਨੇ ਨਾਨਕ ਭਾਵੇਂ ਨਾ ਵੇਖੋ। ਉਹ ਅੱਗੇ ਵੀ ਤਾਰਦੇ ਆ, ਅੱਗੇ ਵੀ ਦੱਸਦੇ ਆ। ਉਹ ਫਿਰ ਕੀ ਦੱਸਦੇ ਆ? ਕਹਿੰਦੇ ਗੁਰਮੁਖ ਗਿਆਨ ਏਕੋ ਹੈ ਜਾਤਾ, ਅਨ ਦਿਨ ਨਾਮ ਰਵੀਜੈ। ਵੀ ਅਸੀਂ ਤਾਂ ਭਾਈ ਆ ਨਾਮ ਜਪਿਆ ਸੀ, ਵਿਚਾਰਾਂ ਦੇ ਬੰਨ੍ਹਣਾ ਤੋਂ ਉੱਪਰ ਉੱਠੇ ਸੀ, ਤੇ ਸਹਿਜ ਦੇ ਵਿੱਚ ਜਾ ਕੇ ਜੋ ਜੋ ਅਸੀਂ ਨਜ਼ਾਰੇ ਲਏ ਨੇ, ਜਿਵੇਂ ਜਿਵੇਂ ਸਾਨੂੰ ਅਨਹਦ ਨਾਦ, ਅੰਮ੍ਰਿਤ ਰਸ, ਉਹ ਗੁਪਤੀ ਬਾਣੀ ਦੇ, ਉਹ ਸੱਚ ਪ੍ਰਕਾਸ਼ ਦੀ ਜੋਤ ਦੇ ਨਜ਼ਾਰੇ ਮਹਿਸੂਸ ਹੋਏ, ਪ੍ਰਗਟ ਹੋਏ, ਪੂਰਨ ਗੁਰੂ ਸਾਨੂੰ ਅੰਦਰੋਂ ਮਿਲਿਆ, ਸੱਚੇ ਨੇ ਸਾਡੇ ਨਾਲ ਬਾਤਾਂ ਕੀਤੀਆਂ, ਆਓ ਤੁਸੀਂ ਵੀ ਆਨੰਦ ਲੈ ਲਓ। ਉਹ ਫਿਰ ਅੱਗੇ ਵੀ ਪਰਉਪਕਾਰ ਕਰਨਾ ਸ਼ੁਰੂ ਕਰ ਦਿੰਦੇ ਆ। ਧੰਨ 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 ਜਗ ਆਇਆ, ਧੰਨ 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 ਜਨ ਆਇਆ, ਜਹ ਪ੍ਰਸਾਦ ਸਭ ਜਗਤ ਤਰਾਇਆ, ਜਨ ਅਵਨ ਕਾ ਇਹ ਸੁਆਓ, ਜਨ ਕੇ ਸਿੰਘ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਜਨਾਂ ਨੂੰ ਫਿਰ ਨਮਸਕਾਰ ਕਹੀ ਆ। ਉਹ ਫਿਰ ਸਾਨੂੰ ਭੇਤ ਦਿੰਦੇ ਆ। ਸੋ ਇਹ ਸੀਗਾ ਜੋ ਪੁਰਾਤਨ ਸਮੇਂ ਦੇ ਵਿੱਚ ਜਾਤਾਂ ਮਜ਼੍ਹਬਾਂ ਵਰਨਾਂ ਦੇ ਵਿੱਚ ਰਹਿ ਕੇ ਵੀ ਭਗਤੀ ਕੀਤੀ ਗਈ, ਜਾਂ ਅੱਜ ਵੀ ਬਹੁਤ ਸਾਰੇ ਜੀਵ ਅਗਿਆਨਤਾ ਵਸ ਅਸੰਤ ਅਨਾੜੀ ਕਰ ਰਹੇ ਨੇ ਜਾਂ ਕਰਵਾ ਰਹੇ ਨੇ। ਅਤੇ ਇਹਨਾਂ ਦੇ ਵਿੱਚ ਉਹ ਭਗਤੀ ਕਰਨ ਕਰਕੇ ਉਹਨਾਂ ਦੀ ਦੁਬਦਾ, ਉਹਨਾਂ ਦਾ ਕਲ ਕਲੇਸ਼ ਵੀ ਨਹੀਂ ਖਤਮ ਹੋ ਰਿਹਾ। ਅਤੇ ਜਿਹੜੇ ਜਗਿਆਸੂ ਨੇ ਉਹਨਾਂ ਨੂੰ ਦੇਖ ਕੇ ਵੀ ਕਹਿੰਦੇ ਆ ਵੀ ਇੰਨਾ ਇਹ ਜਪ ਤਪ ਕਰਦੇ ਆ ਜੀ, ਜਾਂ ਤਾਂ ਜਪ ਤਪ 'ਚ ਦੀ ਸ਼ਕਤੀ ਅਤੇ ਜਾਂ ਕੀ ਖੇਲ ਹੈ ਇਹ। ਅਤੇ ਉਹ ਜਿੰਨੀ ਦੇਰ ਤੱਕ ਅਸੀਂ ਕਾਲ ਦੇ ਅਦਾਰਿਆਂ ਵਿੱਚ ਭਗਤੀ ਕਰਾਂਗੇ, ਉਨੀ ਦੇਰ ਤੱਕ ਧਰਮ ਨਹੀਂ ਪ੍ਰਗਟ ਹੁੰਦਾ। ਜਾਤਾਂ ਮਜ਼ਹਬਾਂ ਦੇ ਵਿੱਚ ਜੀਵ ਫਸ ਕੇ ਦੁਬਦਾ ਕਰੀ ਜਾਂਦੇ ਨੇ, ਅਤੇ ਕਾਲ ਆਪ ਦੇ ਬੰਨਣ ਪਾ ਕੇ ਅਤੇ ਆਪ ਦਾ ਕੂੜ ਦਾ ਰਾਜ ਚਲਾਈ ਜਾਂਦਾ। ਇਹ ਤਾਂ ਜਦੋਂ ਤੁਸੀਂ ਚੌਥੇ ਪਦ ਦੇ ਭੇਤ ਲੈ ਕੇ, ਚੌਥੇ ਪਦ ਦੀ ਭਗਤੀ ਕਰਕੇ, ਸੱਚ ਜੋਤ ਪ੍ਰਕਾਸ਼ ਦੇ ਨਾਲ, ਉਸ ਅੰਮ੍ਰਿਤ ਰਸ ਦੇ ਨਾਲ ਜੋ ਅੰਦਰ ਖੂਹ ਭਰਿਆ ਪਿਆ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਸਭ ਦੇ ਕਾਢ ਪੀਏ ਪਨਿਹਾਰੀ, ਉਹ ਅੰਮ੍ਰਿਤ ਦੇ ਖੂਹ ਦੇ ਵਿੱਚੋਂ ਤੁਸੀਂ ਆਪਦੀ ਖੁਰਾਕ ਲੈਣੀ ਸ਼ੁਰੂ ਕਰੋਗੇ। ਨਰੋੜ ਸੱਚ ਧਰਮ ਜਿੱਥੋਂ ਪੈਦਾ ਹੋ ਰਿਹਾ, ਅਤੇ ਮੁੱਖ ਰੂਪ ਦੇ ਇਹਨਾਂ ਦਾ ਪੰਜਾਂ ਦਾ ਭੇਤ ਲੈ ਕੇ ਇਹਨਾਂ ਤੋਂ ਉੱਪਰ ਉੱਠ ਜਾਓਗੇ।
फिर ये खेल चलेगा। सो इन्ने बचन करते हैं, कोई अखर वाधा घाटा होया होवे संगत गुरु बख्शन जोग बख्श देना जी। वाहिगुरू जी का खालसा, वाहिगुरू जी की फतेह।